ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਮਹਾਰਾਜ ਨੇ ਸ਼ਾਮ ਦੇ ਸਮੇਂ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਮਾਈ ਭਾਈ ਗੁਰੂ ਪਾਤਸ਼ਾਹ ਮਹਾਰਾਜ ਦੀ ਸਤਸੰਗ ਕਰਦਿਆਂ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਸਾਹਿਬ ਜੀ ਦਾ ਜੀਵਨ ਪ੍ਰਸੰਗ ਕੱਲ ਆਪਾਂ ਸਰਵਣ ਕੀਤਾ ਹੈ ਕਿ ਮਹਾਰਾਜ ਨੇ ਜੋ ਬੇਣੀ ਪੰਡਤ ਨੂੰ ਗੁਰੂ ਸਾਹਿਬ ਨੇ ਪਵਿੱਤਰ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ। ਮਲਾਰ ਰਾਗ ਦੇ ਵਿੱਚ ਇਹੋ ਮਨ ਗਿਰਹੀ ਕਿ ਇਹ ਮਨ ਉਦਾਸੀ। ਉਪਰੰਤ ਫਿਰ 18ਵੇਂ ਘਰ ਦਾ ਪ੍ਰਸੰਗ ਕਿ ਅਕਬਰ ਬਾਦਸ਼ਾਹ ਕਿਵੇਂ ਦਿੱਲੀ ਤੋਂ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਗੁਰੂ ਕੇ ਲੰਗਰ ਵਿੱਚ ਪਹਿਲਾਂ ਪ੍ਰਸ਼ਾਦਾ ਛਕਿਆ, ਉਪਰੰਤ ਸਤਿਗੁਰੂ ਦੇ ਦਰਸ਼ਨ ਕੀਤੇ। ਉਹ ਪ੍ਰਸ਼ਾਦੇ ਦੇ ਵਿੱਚ ਇਤਨਾ ਆਨੰਦ ਆਇਆ ਹੈ, ਭਾਵਨਾ ਇਤਨੀ ਜਾਗੀ ਕਿ 84 ਪਿੰਡਾਂ ਦਾ ਪਟਾ ਮਹਾਰਾਜ ਦੇ ਚਰਨਾਂ 'ਚ ਲਿਖ ਕੇ ਰੱਖ ਦਿੱਤਾ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ, ਭਾਈ ਅਸੀਂ ਇਹ ਕੀ ਕਰਨਾ, ਸੰਗਤ ਦਾ ਪਦਾਰਥ ਆ ਰਿਹਾ, ਇਹ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਹੈ, ਸਾਨੂੰ ਤੇ ਇਹਦੀ ਜ਼ਰੂਰਤ ਨਹੀਂ।
ਕਹਿੰਦਾ ਮਹਾਰਾਜ ਮੇਰੀ ਭਾਵਨਾ ਹੈ, ਇਹ ਕਿਰਪਾ ਕਰੋ ਫਿਰ ਬੀਬੀ ਭਾਨੀ ਜੀ ਵਾਸਤੇ, ਉਹ ਤੇ ਪੁੱਤਰੀ ਹੈ ਤੁਹਾਡੀ, ਤੇ ਮੈਂ ਮਹਾਰਾਜ ਉਸ ਨੂੰ ਇਹ ਭੇਟਾ ਕਰਦਾ। ਫਿਰ ਮਹਾਰਾਜ ਨੇ ਭਵਿੱਖ ਦਾ ਜਾਣ ਕਰਕੇ ਇਹ ਭਾਈ ਜਿਹੜਾ ਪਟਾ ਹੈ ਪ੍ਰਵਾਨ ਕਰ ਲਿਆ। ਇਸ ਉਪਰੰਤ ਫਿਰ ਦੂਜਾ ਪ੍ਰਸੰਗ 18ਵੇਂ ਘਰ ਵਿੱਚ ਇਹ ਸਰਵਣ ਕੀਤਾ ਕਿ ਤਲਵੰਡੀ ਨਗਰ ਦਾ ਉਸੇ ਇਲਾਕੇ ਦੇ ਵਿੱਚ ਜਲੰਧਰ ਦੇ ਵੱਲ ਪੈ ਜਾਂਦਾ ਹੈ ਤਲਵੰਡੀ ਨਗਰ। ਉਹ ਸ਼ਾਇਦ ਉਹਦੇ ਨਾਲ ਕੋਈ ਹੋਰ ਸ਼ਬਦ ਜੁੜਦਾ ਹੈ, ਤਲਵੰਡੀ ਸ਼ਾਇਦ ਪੰਘੇਰੀਆਂ ਜਾਂ ਕੋਈ ਇਸ ਤਰ੍ਹਾਂ। ਉੱਥੋਂ ਦਾ ਇੱਕ ਸਿੱਖ ਸੀ ਜਿਹਦੀ ਲੱਤ ਦੇ ਵਿੱਚ ਨੁਕਸ ਸੀ, ਤੇ ਇੱਕ ਸੋਟੀ ਉਹਨੇ ਇਸ ਤਰ੍ਹਾਂ ਦੀ ਬਣਾਈ ਹੋਈ ਕਿ ਆਪਣੀ ਲੱਤ ਦਾ ਆਸਰਾ ਦੇ ਲੈਂਦਾ ਸੀ ਉਸ ਭਾਵ ਸੋਟੀ ਤੇ ਧਰ ਕੇ, ਜਿਵੇਂ ਅੱਜ ਕੱਲ ਫੌੜੀ ਹੁੰਦੀ ਹੈ। ਇਉਂ ਮਹਾਰਾਜ ਦੇ ਵਾਸਤੇ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ। ਕਿਤੇ ਚੌਧਰੀ ਸੀ ਉਹ ਪਿੰਡ ਦਾ, ਉਹਨੇ ਮਖੌਲ ਟਿੱਚਰ ਕਰਦਿਆਂ ਇਹਦੀ ਸੋਟੀ ਖੋਲੀ। ਰੋਜ਼ ਕਹਿੰਦਾ ਤੁਰ ਜਾਂਦਾ ਹੈ, ਜੇ ਤੇਰਾ ਗੁਰੂ ਸਮਰੱਥ ਹੈ ਤੂੰ ਇੰਨੀ ਸ਼ਰਧਾ ਰੱਖਦਾ, ਲੱਤ ਤੇ ਤੇਰੀ ਠੀਕ ਨਹੀਂ ਕੀਤੀ ਉਹਨੇ। ਉਹ ਬਹੁਤ ਟਾਈਮ ਲੰਘਾਤਾ। ਇੱਧਰ ਮਹਾਰਾਜ ਲੰਗਰ ਵਿੱਚ ਪਹੁੰਚ ਗਏ। ਗੁਰੂ ਸਾਹਿਬ ਉਸੇ ਤਰ੍ਹਾਂ ਬੈਠੇ ਨੇ। ਅੱਜ ਮਹਾਰਾਜ ਨੇ ਛਕਣਾ ਸ਼ੁਰੂ ਨਹੀਂ ਕੀਤਾ। ਸੰਗਤਾਂ ਨੂੰ ਵੀ ਪ੍ਰਸ਼ਾਦਾ ਜਿਹੜਾ ਹੈ ਪਰੋਸ ਦਿੱਤਾ ਗਿਆ, ਪਰ ਸੰਗਤ ਵੀ ਉਡੀਕਦੀ ਹੈ ਮਹਾਰਾਜ ਛਕਣਗੇ ਤਾਂ ਆਪਾਂ ਛਕਾਂਗੇ। ਸਮਾਂ ਲੰਘਦਾ ਗਿਆ। ਇੱਧਰੋਂ ਫਿਰ ਕਾਫੀ ਟਾਈਮ ਬਾਅਦ ਜਦੋਂ ਸਮਾਂ ਜਿਹਾ ਲੰਘ ਗਿਆ ਉਹਨੇ ਸੋਟੀ ਦੇਤੀ। ਫਿਰ ਇਹ ਬੜੀ ਕਾਹਲੀ ਨਾਲ ਮਹਾਰਾਜ ਕੋਲ ਆਇਆ ਤੇ ਗੁਰੂ ਸਾਹਿਬ ਨੂੰ ਦਹੀਂ ਛਕਾਇਆ। ਮਹਾਰਾਜ ਨੇ ਜਾਣੀ ਜਾਣ ਸਤਿਗੁਰੂ ਜੀ ਨੇ ਸੰਗਤ ਨੂੰ ਹੁਣ ਸਿੱਖਿਆ ਦੇਣ ਲਈ ਪੁੱਛ ਲਿਆ ਵੀ ਭਾਈ ਅੱਜ ਲੇਟ ਬਹੁਤ ਆਇਆ। ਕਹਿੰਦਾ ਜੀ ਆਹ ਗੱਲ ਹੋ ਗਈ, ਪਿੰਡ ਦਾ ਚੌਧਰੀ ਉਹ ਮੈਨੂੰ ਮਖੌਲ ਟਿੱਚਰ ਕਰਨ ਲੱਗ ਗਿਆ। ਐਡਾ ਗੁਰੂ ਜੇ ਤੇਰਾ ਸਮਰੱਥ ਹੈ, ਤੇਰੀ ਲੱਤ ਤਾਂ ਉਹਨੇ ਠੀਕ ਨਹੀਂ ਕੀਤੀ। ਤੇ ਮਹਾਰਾਜ ਕਹਿੰਦੇ ਲੈ ਭਾਈ ਆਪਾਂ ਤਾਂ ਕਦੇ ਇਹ ਗੱਲ ਤੇਰੀ ਚੇਤੇ ਹੀ ਨਹੀਂ ਕੀਤੀ ਹੈ। ਚੰਗਾ ਇਉਂ ਕਰ, ਇੱਥੇ ਤੇ ਹੁਣ ਕਵੀ ਪ੍ਰੇਮ ਸਿੰਘ ਜੀ ਨੇ ਲਿਖਿਆ ਮਹਾਰਾਜ ਨੇ ਕਿਰਪਾ ਤਾਂ ਮਹਾਰਾਜ ਨੇ ਕੀਤੀ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਆਪਣੇ ਪਿਆਰੇ ਨੂੰ ਵਡਿਆਈ ਦੇਣੀ ਹੈ। ਇੱਥੇ ਕੋਈ ਸ਼ਾਹ ਹੁਸੈਨ ਨਾਮ ਦਾ ਇੱਕ ਫਕੀਰ ਸੀ, ਕਹਿੰਦੇ ਉਹਦੇ ਕੋਲੇ ਚਲਿਆ ਜਾ। ਉਹ ਬੈਠਾ ਸੀ ਧੂਣਾ ਜਿਹਾ ਬਾਲੀ, ਤੇ ਜਦੋਂ ਇਹ ਗਿਆ ਤੇ ਬਾਰ-ਬਾਰ ਉਹਨੂੰ ਕਹੀ ਗਿਆ ਮੇਰੀ ਲੱਤ ਠੀਕ ਕਰ ਦਿਓ, ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ। ਉਹਨੇ ਇੱਕ ਚੱਕ ਲਈ ਖਲਪਾੜ ਜੀ, ਜਾਂਦਾ ਕਿ ਨਹੀਂ ਇੱਥੋਂ, ਐਵੇਂ ਮੇਰੇ ਕੋਲੇ ਆ ਜਾਂਦੇ ਆ, ਜਿਹਨੇ ਠੀਕ ਕਰਨਾ ਤਾਂ ਉਹਨੇ ਹੀ ਕਰਨਾ। ਇਹ ਜਦੋਂ ਚੱਕੀ ਤੇ ਡਰ ਕੇ ਭੱਜਿਆ, ਦੇਖਿਆ ਨਹੀਂ ਨਾ ਉਹ ਸੋਟੀ ਹੱਥ 'ਚ ਰਹੀ, ਤੇ ਇੱਕਦਮ ਜਦੋਂ ਭੱਜਿਆ ਤੇ ਕਾਫੀ ਦੂਰ ਜਾ ਕੇ ਖਿਆਲ ਕੀਤਾ ਮਨਾ ਲੱਤਾਂ ਦੇ ਦੋਵੇਂ ਹੀ ਠੀਕ ਹੈ। ਫੇਰ ਗਿਆ ਉਹਦੇ ਕੋਲੇ, ਧੰਨਵਾਦ ਕਹਿੰਦਾ ਗੁਰੂ ਅਮਰਦਾਸ ਜੀ ਦਾ ਧੰਨਵਾਦ ਕਰੇ, ਤਾਂ ਉਹਨਾਂ ਨੇ ਤਾਂ ਐਵੇਂ ਇੱਕ ਮੇਰੇ ਵੱਲ ਨੂੰ ਤੋਰਤਾ, ਤੈਨੂੰ ਕਰਨ ਕਰਾਉਣ ਵਾਲੇ ਉਹੀ। ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ। ਇਹਨਾਂ ਨੇ ਸੰਖੇਪ ਕਰਦਿਆਂ ਲਿਖੇ ਮਹਾਰਾਜ ਨੇ ਕਿਰਪਾ ਕਰਤੀ ਤੇ ਫਿਰ ਭਾਈ ਉਹਦੀ ਲੱਤ ਵੀ ਠੀਕ ਹੋਈ। ਉਪਰੰਤ ਪ੍ਰਥਮੇ ਸਿੱਖ ਕੋ ਕਰਿਓ ਨਿਹਾਲ, ਅਸਨ ਅਚਿਓ ਪੁਨ ਦੀਨ ਦਿਆਲ। ਪਹਿਲਾਂ ਉਹ ਸਿੱਖ ਨੂੰ ਨਿਹਾਲ ਕੀਤਾ, ਫਿਰ ਮਹਾਰਾਜ ਨੇ ਪ੍ਰਸ਼ਾਦਾ ਛਕਿਆ। ਪਾਨ ਕਰ ਪਾਨ ਪਖਾਰੇ, ਜਲ ਪਾਨ ਕੀਤਾ, ਪਾਣੀ ਪੀ ਕਰਕੇ ਫਿਰ ਭਾਈ ਪਾਣੀ ਨਾਲ ਹੱਥ ਧੋਤੇ, ਪੁਨਹ ਆਏ ਕਰ ਬੈਠ ਚੁਬਾਰੇ। ਫਿਰ ਮਹਾਰਾਜ ਜੀ ਆ ਕੇ ਚੁਬਾਰੇ ਦੇ ਵਿੱਚ ਬੈਠ ਗਏ ਹਨ। ਆਓ ਅੱਗੇ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਿਧ ਤਵ ਢਿਗ ਹੋ ਕਰ ਅਰਦਾਸ। ਬਾਬਾ ਬੁੱਢਾ ਜੀ ਨੇ ਕੋਲ ਹੋ ਕੇ ਅਰਦਾਸ ਕੀਤੀ।
ਭਾਖੀ ਸ੍ਰੀ ਸਤਿਗੁਰ ਕੇ ਪਾਸ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਹੈ, ਹੇ ਸਤਿਗੁਰ ਜੀ ਪਰਮ ਕਿਰਪਾਲਾ। ਹੇ ਸਤਿਗੁਰੂ ਪਰਮ ਮਹਾਨ ਕਿਰਪਾਲੂ ਮਦਾਤਾ ਜੀ, ਹੋਤ ਆਹਾਰ ਅਨੇਕ ਵਿਸਾਲਾ। ਅਨੇਕਾਂ ਤਰ੍ਹਾਂ ਦੇ ਬੇਅੰਤ ਤਰ੍ਹਾਂ ਦੇ ਭੋਜਨ ਪਦਾਰਥ ਤਿਆਰ ਹੁੰਦੇ ਨੇ ਲੰਗਰ ਵਿੱਚ। ਸੋ ਸਭ ਸੰਗਤ ਅਚੈ ਪ੍ਰਸੀਨ। ਤੇ ਉਹ ਸਾਰੀਆਂ ਸੰਗਤਾਂ ਮਹਾਰਾਜ ਬਹੁਤ ਖੁਸ਼ੀ ਨਾਲ ਛਕਦੇ ਹਨ। ਆਪ ਓਗਰਾ ਲਵਨ ਬਹੀਨ। ਆਪ ਮਹਾਰਾਜ ਤੁਸੀਂ ਓਗਰਾ, ਉਹ ਵੀ ਲੂਣ ਤੋਂ ਬਗੈਰ, ਇੱਕ ਤਰ੍ਹਾਂ ਦਾ ਜੌਆਂ ਦਾ ਹੁੰਦਾ ਸੀ। ਕੁਝ ਇਤਿਹਾਸਕਾਰਾਂ ਲਿਖਿਆ ਵੀ ਦਲੀਆ ਮਹਾਰਾਜ ਛਕ ਲੈਂਦੇ, ਮਹਾਰਾਜ ਉਹ ਵੀ ਲੂਣ ਤੋਂ ਬਿਨਾਂ ਤੁਸੀਂ ਛਕਦੇ ਹੋ। ਇਹ ਸੰਗਤ ਕਹਿ ਉਚਿਤ ਨਾ ਹੋਈ। ਤੋ ਸੰਗਤ ਲਈ ਮਹਾਰਾਜ ਇਹ ਗੱਲ ਠੀਕ ਨਹੀਂ ਲੱਗਦੀ ਹੈ। ਤੁਮ ਬਿਨ ਅਚਹਿ ਸਵਾਦ ਰਸ ਭੋਈ। ਕਿ ਤੁਸੀਂ ਮਹਾਰਾਜ ਜੀ ਛਕਦੇ ਨਹੀਂ ਇੰਨੇ ਪਦਾਰਥ, ਤੇ ਸੰਗਤਾਂ ਤੁਹਾਡੇ ਬਿਨਾਂ ਹੀ ਅਨੇਕਾਂ ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਛਕਦੀਆਂ ਹਨ। ਜਸ ਤੁਮ ਅਚੋ ਚਾਹੇ ਕਰ ਚਿਤ ਮਹਿ। ਮਹਾਰਾਜ ਜੈਸਾ ਤੁਸੀਂ ਚਿੱਤ ਵਿੱਚ ਚਾਹਨਾ ਕਰਕੇ ਛਕਦੇ ਹੋ, ਸੋ ਸਿੱਖ ਅਚਹਿ ਰੀਤ ਕਰ ਹਿਤ ਮਹਿ। ਤੇ ਉਹੀ ਫਿਰ ਮਹਾਰਾਜ ਸਿੱਖ ਛਕਣ। ਇਹ ਸੰਗਤ ਦੀ ਇਹੋ ਜਿਹੀ ਆਵਾਜ਼ ਹੈ। ਇਹ ਸਿੱਖ ਕਹਿੰਦੇ ਮਹਾਰਾਜ ਉਹੀ ਸਾਰੇ ਸਿੱਖ ਛਕੀਏ ਮਰਜ਼ਾਦਾ ਸਹਿਤ ਪ੍ਰੇਮ ਵਿੱਚ ਆ ਕੇ। ਸੁਣ ਸ੍ਰੀ ਸਤਿਗੁਰ ਹਰਖਤ ਭਏ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਪ੍ਰਸੰਨ ਹੋਏ। ਇਸ ਪ੍ਰਕਾਰ ਕੋ ਉੱਤਰ ਦਏ। ਤਾਂ ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਇਸ ਤਰ੍ਹਾਂ ਉੱਤਰ ਦਿੱਤਾ ਹੈ, ਗੁਰਮੁਖ ਸੰਗਤ ਅਰ ਮਮ ਮਾਹੀ। ਭਾਈ ਇਹ ਜਿਹੜੀਆਂ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਨੇ, ਗੁਰਮੁਖ ਪਿਆਰੇ ਜਿਹੜੇ ਨਾਮ ਜਪਦੇ ਆ, ਇਹ ਗੁਰਮੁਖ ਸੰਗਤਾਂ ਦੇ ਵਿੱਚ, ਗੁਰਮੁਖਾਂ ਵਿੱਚ ਔਰ ਮੇਰੇ ਵਿੱਚ ਭੇਦ ਦੋਹਨ ਮਹਿ ਰੰਚਕ ਨਾਹੀ। ਦੋਹਾਂ ਦੇ ਵਿੱਚ ਕੋਈ ਰੰਚਕ ਮਾਤਰ ਵੀ ਹੈ ਬਾਬਾ ਬੁੱਢਾ ਜੀ, ਕੋਈ ਭੇਦ ਨਹੀਂ ਹੈ। ਹਮ ਸੰਗਤ ਕੇ ਸੰਗ ਅਭੇਦ। ਅਸੀਂ ਬਾਬਾ ਬੁੱਢਾ ਸੰਗਤਾਂ ਦੇ ਨਾਲ ਹੀ ਅਭੇਦ ਹਾਂ, ਭਾਵ ਸੰਗਤ ਨਾਲ ਇਕਮਿਕ ਮਿਲੇ ਹੋਏ ਹਾਂ। ਸੁਖ ਤੇ ਸੁਖੀ, ਖੇਦ ਤੇ ਖੇਦ। ਸੰਗਤ ਸੁਖ ਵਿੱਚ ਹੈ ਤਾਂ ਅਸੀਂ ਵੀ ਸੁਖੀ ਹਾਂ। ਜਦੋਂ ਸੰਗਤ ਨੂੰ ਕੋਈ ਖੇਦ ਦੁੱਖ ਹੁੰਦਾ, ਸਾਨੂੰ ਵੀ ਖੇਦ ਦੁੱਖ ਹੁੰਦਾ ਹੈ। ਜੋ ਸੰਗਤ ਰੁਚ ਕਰਤ ਆਹਾਰਾ। ਜਿਹੜਾ ਕੁਝ ਸੰਗਤਾਂ ਬਾਬਾ ਬੁੱਢਾ ਰੁਚੀ ਦੇ ਨਾਲ ਆਹਾਰ ਪ੍ਰਸ਼ਾਦਾ ਛਕਦੀਆਂ ਹਨ, ਸੋ ਮੁਝ ਪਹੁੰਚੈ ਸਵਾਦਲ ਸਾਰਾ। ਉਹ ਸਾਰਾ ਹੀ ਸਵਾਦਿਸ਼ਟ ਪਦਾਰਥ ਮੇਰੇ ਤਾਈਂ ਪਹੁੰਚ ਜਾਂਦਾ ਹੈ। ਜੋ ਸਿੱਖਨ ਕਰ ਪ੍ਰੇਮ ਚਾਵੈ। ਜਿਹੜਾ ਵੀ ਕੋਈ ਪ੍ਰਾਣੀ ਸਿੱਖਾਂ ਨੂੰ ਪ੍ਰੇਮ ਸਹਿਤ ਪ੍ਰਸ਼ਾਦਾ ਛਕਾਉਂਦਾ ਹੈ, ਸੋ ਹਮਾਰੇ ਮੁਖ ਮੈਂ ਸਭ ਭਾਵੈ। ਉਹ ਭਾਈ ਸਾਡੇ, ਸਮਝੋ ਸਾਡੇ ਹੀ ਮੁਖ ਵਿੱਚ ਸਾਰਾ ਪਾ ਰਿਹਾ, ਕਿਉਂਕਿ ਮੇਰਾ ਤੇ ਮੇਰੇ ਸਿੱਖਾਂ ਦਾ ਕੋਈ ਭੇਦ ਨਹੀਂ ਹੈ। ਮਹਾਰਾਜ ਕਹਿੰਦੇ ਵੀ ਜੋ ਗੁਰਸਿੱਖ ਨੂੰ ਛਕਾਉਣੇ ਪ੍ਰੇਮ ਨਾਲ, ਉਹ ਸਮਝੋ ਮੇਰੇ ਹੀ ਮੁਖ ਵਿੱਚ ਪੈ ਰਿਹਾ ਹੈ। ਤਾਂ ਤੇ ਜੋ ਹਮ ਭੋਗ ਲਗਾਵੇ। ਇਸ ਕਰਕੇ ਭਾਈ ਜੋ ਅਸੀਂ ਭੋਗ ਲਾਉਂਦੇ ਹਾਂ, ਸਿੱਖ ਮੁਖ ਪਾਏ ਹਮੈ ਤ੍ਰਿਪਤਾਵੇ। ਤੇ ਜਿਹੜਾ ਭਾਈ ਸਾਨੂੰ ਕੋਈ ਭੋਗ ਲਵਾ ਕੇ ਅਰਦਾਸ ਕਰਕੇ ਸਾਡੇ ਗੁਰਸਿੱਖ ਦੇ ਮੂੰਹ ਵਿੱਚ ਪਾਉਂਦਾ ਹੈ, ਉਹ ਸਮਝੋ ਸਾਨੂੰ ਹੀ ਤ੍ਰਿਪਤ ਕਰ ਰਿਹਾ ਹੈ। ਇੱਥੇ ਹੁਣ ਇੱਕ ਗੱਲ ਨੋਟ ਕਰਦੀ, ਗੱਲ ਗੁਰਸਿੱਖ ਸਿੱਖ ਦੀ ਕੀਤੀ ਹੈ। ਇੱਕ ਹੁੰਦਾ ਲੰਗਰ, ਕੋਈ ਆਫਤ ਪੈ ਗਈ,
ਉਦੋਂ ਛਕਾਉਂਦਾ, ਉਦੋਂ ਕੋਈ ਵੀ ਆਉਂਦਾ ਛਕਦਾ ਹੈ, ਉਹ ਵੱਖਰੀ ਗੱਲ ਹੈ। ਇੱਕ ਮਰਜ਼ਾਦਾ ਤਹਿਤ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਦੋਂ ਆਪਾਂ ਚੱਲਦਾ ਲੰਗਰ, ਤੇ ਇੱਥੇ ਗੁਰਸਿੱਖਾਂ ਦੀ ਗੱਲ ਕੀਤੀ ਹੈ, ਕਿਉਂਕਿ ਭਾਵਨਾ ਦੇ ਵਿੱਚ ਆਪਾਂ ਗੱਲ ਬਹੁਤ ਵੱਡੀ ਭਾਵਨਾ ਨਾਲ ਸਮਝਣ ਵਾਲੀ ਹੈ। ਇੱਕ ਹੋ ਜਾਂਦੀ ਹੈ ਵੀ ਸਾਰੀ ਮਨੁੱਖਤਾ ਪਰਮੇਸ਼ਰ ਦਾ ਹੀ ਰੂਪ ਹੈ, ਆਫਤ ਵਿੱਚ ਹੈ, ਦੁੱਖ ਵਿੱਚ ਹੈ, ਉਦੋਂ ਛਕਾਉਣਾ। ਤੇ ਉਹ ਵੀ ਉਹਦਾ ਭਾਵ ਹੈ ਵੀ ਪਰਮੇਸ਼ਰ ਦੀ ਸਾਜੀ ਕੁਦਰਤ ਕਾਇਨਾਤ ਹੈ। ਜਿਵੇਂ ਹੁਣ ਹੜ੍ਹ ਆਏ ਹੈ ਤੇ ਉੱਥੇ ਹੁਣ ਜਿਹੜੇ ਲੋੜ ਹੈ, ਦੇਖੋ ਉਹਨਾਂ ਨੂੰ ਫਿਰ ਭੋਜਨ ਪਦਾਰਥ ਲੋਕ ਉਹ ਭਾਈ ਪਹੁੰਚਦਾ ਕਰਦੇ ਆ ਨਾ। ਤੇ ਇਹ ਵੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦਰ ਦੇ ਵਿੱਚ ਐਡੀਆਂ ਬਰਕਤਾਂ ਹਨ। ਇਹ ਠੀਕ ਹੈ ਕਿਉਂਕਿ ਦੁਰਵਰਤੋਂ ਹੁੰਦੀ ਹੈ, ਜਿਹੜਾ ਛਕਾਉਣ ਵਾਲੇ ਉੱਤੇ ਛਕਾਉਣ ਭਾਵਨਾ ਨਾਲ ਲੈ ਕੇ ਹੀ ਜਾਂਦੇ ਆ, ਪਰ ਇਹੋ ਜਿਹੇ ਵਿੱਚ ਨੀਚਤਾ ਬੁੱਧੀ ਵਾਲੇ ਲੋਕ ਹੁੰਦੇ ਆ, ਉਹ ਘਰ ਭਰਨ ਲੱਗੇ ਹੋਏ ਵਿੱਚ ਜੁੜ ਜਾਂਦਾ, ਤੋਂ ਫੜ ਕੇ ਇਕੱਠਾ ਕਰ ਲਿਆ। ਇਹ ਗੁਰਮੁਖੋ ਜਿਹੜੇ ਲੋਕ ਇਹੋ ਜਿਹਾ ਕੁਛ ਕਰਦੇ, ਉਹ ਦੁੱਖ ਭੋਗਣਗੇ, ਨਰਕਾਂ ਦੇ ਭਾਗੀ ਬਣਨਗੇ। ਕਦੇ ਵੀ ਉਹ ਪਦਾਰਥ ਫਿਰ ਇਉਂ ਸੁਖਦਾਈ ਨਹੀਂ ਹੋ ਸਕਦਾ, ਜਿਹੜਾ ਕਿ ਕਿਸੇ ਹੋਰ ਦੇ ਸਹੀ ਜਗ੍ਹਾ ਤੇ ਮੂੰਹ ਵਿੱਚ ਪੈਣਾ ਚਾਹੀਦਾ ਸੀ। ਤੇ ਉਹ ਲੋਕਾਂ ਨੇ ਇਹੀ ਆ ਦੱਸਦੇ ਵੀ ਸੜਕਾਂ ਦੇ ਬੈਠੇ ਧੱਕੇ ਨਾਲ ਹੀ ਮੂਹਰੇ ਹੋ ਕੇ ਖੇਡਿਆ, ਲਿਆਓ ਜੀ ਫੜਾ ਜਾਓ ਸਾਨੂੰ। ਤੇ ਇਹ ਨਹੀਂ ਹੋਣਾ ਚਾਹੀਦਾ। ਫਿਰ ਉਹ ਜੇ ਫਿਰ ਉਹ ਦੇਖੋ ਕਦੇ ਵੀ ਉਹੋ ਜਿਹੇ ਘਰਾਂ ਚੋਂ ਦਲਿੱਦਰੀ ਨਹੀਂ ਜਾ ਸਕਦੀ, ਕਿਉਂਕਿ ਕਿਰਤ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਇਹ ਤਾਂ ਹੁਣ ਆਫਤ ਪਈ ਹੋਈ ਹੈ, ਤਾਂ ਜਿੰਨਾ ਲੋੜ ਹੈ ਲੈ ਲਿਆ, ਛਕ ਲਿਆ। ਆਪੇ ਮਹਾਰਾਜ ਦੇਖੋ ਐਡੀ ਆਫਤ ਵਿੱਚ ਜੇ ਅੰਨ ਪਾਣੀ ਪਹੁੰਚਦਾ ਕਰ ਰਿਹਾ ਗੁਰੂ ਪਾਤਸ਼ਾਹ, ਤੇ ਫਿਰ ਪਚਾਊਗਾ ਹੀ ਨਾ। ਇਹ ਨਹੀਂ ਹੈ ਵੀ ਸਾਲ ਦਾ ਇਕੱਠਾ ਕਰ ਲਿਆ, ਦਾ ਮਤਲਬ ਫਿਰ ਕਿਰਤ ਨਹੀਂ ਕਰਨੀ ਚਾਹੁੰਦੇ। ਤੇ ਜਿਹੜਾ ਬੰਦਾ ਕਹਿੰਦਾ ਮੈਨੂੰ ਕਿਰਤ ਕਰੇ ਬਿਨਾ ਮਿਲ ਜੇ, ਅੱਜ ਮੈਂ ਹੁਣ ਸਾਨੂੰ ਆਦਤਾਂ ਪਈਆਂ ਇੱਕ ਦੂਜੇ ਨੂੰ ਦੇਖ ਕੇ ਹਰੇਕ ਚੀਜ਼ ਫ੍ਰੀ ਚ ਮਿਲ ਜੇ ਸਾਨੂੰ। ਮੈਂ ਵੀ ਚਾਹੁੰਦਾ ਸਾਰੇ, ਅਸਲ ਵਿੱਚ ਗੱਲ ਇਹ ਹੈ, ਹੁਣ ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਂ ਆਪ ਵੀ ਵਿੱਚ ਆਪਾਂ ਸਾਰੇ ਹੈ ਤਾਂ ਫਿਰ ਆਪਾਂ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੋਂ ਭਗੌੜੇ ਹੀ ਆ ਨਾ। ਗੁਰੂ ਸਾਹਿਬ ਤਾਂ ਕਹਿੰਦੇ ਕਿਰਤ ਕਰੋ। ਅੱਜ ਲੋਕ ਸਰਕਾਰ ਤੋਂ ਕਿਰਤ ਮੰਗਣ ਦੀ ਬਜਾਏ ਇਹ ਪੁੱਛ ਰਹੇ ਨੇ ਸਾਨੂੰ ਫ੍ਰੀ ਕੀ ਦੇਵੋਗੇ, ਘਰੇ ਬੈਠਿਆਂ ਨੂੰ ਸਾਨੂੰ ਫ੍ਰੀ ਦੱਸੋ ਕੀ ਦੇਵੋਗੇ, ਤੇ ਕਿਰਤ ਨਹੀਂ ਮੰਗ ਰਹੇ। ਇਹ ਇੱਕ ਵੱਡਾ ਸਮਝੋ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਤੋਂ ਬਹੁਤ ਦੂਰ ਹਾਂ। ਮੰਗਣਾ ਤਾਂ ਇਹ ਚਾਹੀਦਾ ਵੀ ਫ੍ਰੀ ਕੁਛ ਨਹੀਂ ਚਾਹੀਦਾ, ਸਾਨੂੰ ਕੰਮ ਦਿਓ ਤੁਸੀਂ, ਤਾਂ ਕਿ ਅਸੀਂ ਉਹ ਕਿਰਤ ਕਰਕੇ ਛਕ ਸਕੀਏ। ਤੇ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਇੱਥੇ ਗੱਲ ਆ ਗਈ ਗੁਰਸਿੱਖਾਂ ਦੀ, ਇਹ ਕੋਈ ਵੀ ਗੁਰਸਿੱਖਾਂ ਨੂੰ ਭਾਈ ਸਿੱਖ ਮੁਖ ਪਾਏ ਹਵੇਂ ਤ੍ਰਿਪਤਾਵੈ। ਬਾਬਾ ਬੁੱਢਾ ਉਹ ਸਾਨੂੰ ਹੀ ਤ੍ਰਿਪਤ ਕਰਦਾ ਹੈ। ਅਸ ਸੁਨ ਬ੍ਰਿਧ ਤਬ ਬੰਧਨ ਠਾਨੀ। ਇਸ ਤਰ੍ਹਾਂ ਸੁਣ ਕੇ ਬਾਬਾ ਬੁੱਢਾ ਜੀ ਨੇ ਫਿਰ ਨਮਸਕਾਰ ਕੀਤੀ। ਸੰਤ ਰੇਨ ਗੁਰ ਪਗ ਕੁਰਬਾਨੀ। ਸੰਤ ਰੇਨ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਮੈਂ ਗੁਰੂ ਅਮਰਦਾਸ ਜੀ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ। ਦੋਹਰਾ ਏਕ ਬੇਰ ਸਿੱਖਨ ਬਿਖੈ ਅਸ ਬਿਦ ਸੰਕ ਉਪਾਏ। ਇੱਕ ਵੇਰੀ ਮਹਾਰਾਜ ਸਿੱਖਾਂ ਦੇ ਵਿੱਚ ਬੈਠੇ, ਇਸ ਤਰ੍ਹਾਂ ਸਿੱਖਾਂ ਦੇ ਵਿੱਚ ਸ਼ੰਕਾ ਜੀ ਪੈਦਾ ਹੋਈ ਹੈ। ਸੇਵ ਕਰੈ ਅਨੇਕ ਗੁਰ ਗਾਦੀ ਕਿਸੇ ਬਹਾਏ। ਸਵਾਲ ਪੈਦਾ ਕਰਤਾ ਮਹਾਰਾਜ ਜੀ ਹੈ ਨਾ, ਫੁਰਨਾ ਪੈਦਾ ਕਰਨ ਵਾਲੇ, ਕਿ ਸੇਵਾ ਤਾਂ ਬਹੁਤ ਸਿੱਖ ਕਰਦੇ ਐ, ਗੱਦੀ ਤੇ ਮਹਾਰਾਜ ਕਿਹਨੂੰ ਬਿਠਾਉਣਗੇ? ਇਹ ਸਵਾਲ ਪੈਦਾ ਹੋਇਆ ਹੈ। ਚੌਪਈ ਸ੍ਰੀ ਗੁਰ ਸਭ ਕੇ ਮਨ ਕੀ ਜਾਨੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਭ ਦੇ ਮਨ ਦੀ ਜਾਣੀ ਹੈ। ਪਰਖਨ ਹਿਤ ਅਸ ਬਿਦ ਤਬ ਠਾਨੀ।
ਤੇ ਪਰਖ ਕਰਨ ਦੇ ਵਾਸਤੇ ਇਸ ਤਰ੍ਹਾਂ ਸਤਿਗੁਰਾਂ ਵਿਚਾਰਿਆ ਹੈ। ਨਿਕਟ ਵਰਤ ਦਾਸ ਸੰਗ ਲਾਏ। ਇਉਂ ਨਿਕਟ ਵਰਤੀ ਜਿਹੜੇ ਸੇਵਕ ਹਨ ਉਹ ਨਾਲ ਲਏ ਨੇ। ਬਾਪੀ ਤਟ ਪਰ ਥਿਰ ਜਾ ਥਾਏ। ਬੌਲੀ ਸਾਹਿਬ ਦੇ ਕਿਨਾਰੇ ਸਤਿਗੁਰੂ ਜਾ ਕੇ ਬੈਠੇ ਹਨ। ਕਹਿਓ ਸਭਨ ਕੋ ਅਸ ਜਗ ਰਾਈ। ਜਿੱਥੇ ਹੁਣ ਦਰਬਾਰ ਸਾਹਿਬ ਬਣਿਆ ਹੋਇਆ ਹੈ ਗੋਇੰਦਵਾਲ ਸਾਹਿਬ, ਉੱਥੇ ਮਹਾਰਾਜ ਬੈਠਦੇ ਹੁੰਦੇ ਸੀ ਬੌਲੀ ਸਾਹਿਬ ਦੇ ਕੋਲ। ਇਉਂ ਭਾਈ ਜਗਤ ਰਾਜਾ ਸਤਿਗੁਰੂ ਨੇ ਸਭ ਨੂੰ ਕਿਹਾ, ਸਭ ਅਬ ਇੱਕ ਇੱਕ ਥੜੀ ਬਨਾਈ। ਭਾਈ ਜਿਹੜੇ ਨਿਕਟ ਵਰਤੀ ਹੁਣ ਸੇਵਕ ਨੇ, ਭਾਈ ਬੱਲੂ ਜੀ ਵੀ ਹੈ। ਸਤਿਕਾਰਯੋਗ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੀਆਂ 2 ਪੁੱਤਰੀਆਂ ਲਿਖੀਆਂ। ਵੱਡੀ ਬੀਬੀ ਦਾਨੀ, ਉਹਨਾਂ ਦੇ ਪਤੀ ਭਾਈ ਰਾਮਾ ਜੀ ਵੀ ਲਿਖੇ ਆ। ਹੋਰ ਸਭ ਨੂੰ ਇਉਂ ਸਭ ਅਬ ਇੱਕ ਇੱਕ ਥੜੀ ਬਣਾਈ। ਭਾਈ ਸਾਰੇ ਇੱਕ ਇੱਕ ਥੜੀ ਬਣਾਓ, ਥੜਾ ਬਣਾਓ ਤੁਸੀਂ, ਜੋ ਸਭ ਤੇ ਆਛੀ ਬਣ ਜਾਵੇ। ਤੇ ਜੋ ਸਭ ਤੋਂ ਜਿਹੜੀ ਚੰਗੀ ਥੜਾ ਜਿਸ ਦਾ ਬਣ ਜਾਵੇ, ਸੋ ਰਾਖੈ ਪੁਨ ਔਰ ਗਿਰਾਵੇ। ਉਹ ਰੱਖ ਲੈ, ਬਾਕੀ ਭਾਈ ਸਾਰੇ ਢਾ ਦੇਣ। ਸੁਨ ਆਇਸ ਸਭ ਥੜੀ ਬਨਾਈ। ਇਹ ਹੁਕਮ ਸੁਣ ਕੇ ਸਭ ਨੇ ਥੜੇ ਬਣਾਏ ਹਨ। ਪੇਖ ਸਤਿਗੁਰ ਸਭ ਦੀਨ ਗਿਰਾਈ। ਤੇ ਵੇਖ ਕੇ ਗੁਰੂ ਸਾਹਿਬ ਨੇ ਸਾਰੀਆਂ ਢਵਾ ਦਿੱਤੀਆਂ ਹਨ। ਹਸ ਬਿਦ 2-3 ਬਾਰ ਬਨਾਈ। ਇਸ ਤਰ੍ਹਾਂ 2-3 ਵਾਰੀ ਥੜੀਆਂ ਬਣਵਾਈਆਂ ਹਨ। ਸ੍ਰੀ ਸਤਿਗੁਰ ਦੈ ਹੈ ਗਿਰਵਾਈ। ਤੇ ਨਿਗਾਹ ਮਾਰ ਕੇ ਮਹਾਰਾਜ ਕਹਿ ਦਿਆ ਕਰਨ, ਭਾਈ ਢਾ ਦਿਓ, ਉਹ ਢਵਾ ਦਿਆ ਕਰਨ। ਹਟਤ ਹਟਤ ਸਭ ਹੀ ਹਟ ਗਏ। ਕਿਉਂ ਬਣਾਉਂਦੇ ਬਣਾਉਂਦੇ ਫਿਰ ਜਿਹੜੇ ਹਟਦੇ ਹਟਦੇ ਪਹਿਲਾਂ ਇੱਕ ਹਟ ਗਿਆ ਵੀ ਮਹਾਰਾਜ ਮੁਸ਼ਕਲ ਹੈ, ਕੋਸ਼ਿਸ਼ ਤਾਂ ਕਰਦੇ ਆ, ਦੂਜਾ ਹਟ, ਤੀਜਾ, ਸਾਰੇ ਹਟ ਗਏ। ਇੱਕ ਸ੍ਰੀ ਰਾਮਦਾਸ ਥਿਰ ਰਹੇ। ਇੱਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹ ਉਸੇ ਤਰ੍ਹਾਂ ਲੱਗੇ ਰਹੇ। ਕਹਿਤ ਅਜਾਨ ਲੋਕ ਇਨ ਤਾਈ। ਨਾ ਸਮਝੀ ਵਿੱਚ ਕੁਝ ਲੋਕ ਪ੍ਰਾਣੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਐ, ਗੁਰ ਬ੍ਰਿਧ ਭੇ ਤੇ ਸੁਧ ਨਾ ਰਹਾਈ। ਕਹਿੰਦੇ ਗੁਰੂ ਸਾਹਿਬ ਬਿਰਧ ਹੋ ਗਏ ਨੇ, ਇਸ ਕਰਕੇ ਕਹੀ ਗੱਲ ਭੁੱਲ ਜਾਂਦੇ ਐ, ਸੁਧ ਨਹੀਂ ਰਹੀ ਹੈ। ਕਹੈ ਆਪ ਪੁਨ ਭੂਲ ਸੋ ਜਾਵੇ। ਇਹ ਵੀ ਗੁਰਮੁਖੋ ਮਾਇਆ ਹੁੰਦੀ ਹੈ। ਚੰਗੇ ਚੰਗੇ ਗੁਰਸਿੱਖਾਂ ਤੇ ਇਹੋ ਜੀ ਮਾਇਆ ਪਾਈ, ਉਹਨਾਂ ਨੂੰ ਇਉਂ ਲੱਗਣ ਲੱਗ ਗਿਆ ਵੀ ਗੁਰੂ ਸਾਹਿਬ ਉਮਰ ਵੱਡੀ ਹੋ ਗਈ, ਮਹਾਰਾਜ ਗੱਲ ਕਹਿ ਕੇ ਭੁੱਲ ਜਾਂਦੇ। ਮਾਇਆ ਪਾ ਦੇਣੀ ਜਿਹੜੀ ਚੰਗੇ ਚੰਗਿਆਂ ਤੇ ਪਾਉਂਦੇ। ਭਾਈ ਗੁਰਦਾਸ ਜੀ ਕਿੱਡੀ ਮਹਾਨ ਸੀ, 6ਵੇਂ ਪਾਤਸ਼ਾਹ ਮਹਾਰਾਜ ਨੇ ਐਸੇ ਬ੍ਰਹਮ ਗਿਆਨੀ ਪੁਰਸ਼ ਤੇ ਵੀ ਮਾਇਆ ਪਾਤੀ, ਕਿਉਂਕਿ ਗੁਰੂ ਪਰਮੇਸ਼ਰ ਰੂਪ ਹੈ ਤੇ ਗੁਰੂ ਕਿਸੇ ਤੇ ਵੀ ਮਾਇਆ ਪਾ ਸਕਦਾ ਹੈ। ਜਦੋਂ ਕਹਿਤਾ ਸੀ ਵੀ ਜੇ ਗੁਰ ਸਵਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਸਵਾਂਗ ਵੀ ਕੋਈ ਵਰਤੇ, ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਤੇ ਹੁਣ ਉਹ ਤਾਂ ਸੀ ਬ੍ਰਹਮ ਗਿਆਨ ਦੀ ਅਵਸਥਾ। ਮਹਾਰਾਜ ਨੇ ਜਾਣਿਆ ਵੀ ਇਹ ਗੱਲ ਸੁਣ ਕੇ ਆਮ ਸਿੱਖ ਅਜੇ ਜਿਹੜੇ ਇਸ ਅਵਸਥਾ 'ਚ ਨਹੀਂ ਪਹੁੰਚੇ, ਉਹ ਫਿਰ ਗਲਤ ਪਾਸੇ ਜਾਣਗੇ ਤਾਂ ਹਉਮੈ ਹੋ ਜੂ। ਭਾਈ ਗੁਰਦਾਸ ਜੀ ਤੇ ਹੀ ਮਾਇਆ ਪਾਤੀ, ਦਿੱਤੀ ਮਾਇਆ ਦੇ ਉੱਥੇ ਜਦੋਂ ਘੋੜੇ ਖਰੀਦਣ ਤੋਰ ਤੇ ਬਣ ਗਈਆਂ ਠੀਕਰੀ। ਉੱਥੋਂ ਫਿਰ ਆਗਰੇ ਗਏ, ਕਾਂਸ਼ੀ ਚਲੇ ਗਏ। ਇਧਰੋਂ ਫਿਰ ਚਿੱਠੀ ਲਿਖੀ ਰਾਜੇ ਨੂੰ, ਕਾਂਸ਼ੀ ਦੇ ਨੂੰ, ਸਾਡਾ ਚੋਰ ਹੈ ਤੇਰੇ ਕੋਲ, ਇੱਕ ਦੀਆਂ ਮਸ਼ਕਾਂ ਬੰਨ੍ਹ ਕੇ ਪੇਸ਼ ਕਰੋ। ਤੇ ਕਹਿਣ ਦਾ ਭਾਵ ਹੈ ਕਿ ਫਿਰ ਉਹ ਦੇਖੋ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਇਹ ਤੁਹਾਡੀ ਮਾਇਆ ਹੈ, ਤੁਸੀਂ ਜਾਣਦੇ ਹੋ। ਸਿੱਖ ਸਿੱਖ ਹੈ, ਹਮੇਸ਼ਾ ਭੁੱਲਣਹਾਰ ਹੀ ਹੈ। ਇਹ ਕਹਿਣ ਦਾ ਭਾਵ ਹੈ ਕਿ ਮਾਲਕ ਨੇ ਇਹੋ ਜਿਹਾ ਕਰਤਾ, ਉਹ ਹਟਦੇ ਹਟਦੇ ਸਾਰੇ ਹੀ। ਇਹ ਤਾਂ ਮਹਾਰਾਜ
ਉਮਰ ਵੱਡੀ ਹੋ ਗਈ ਹੈ, ਸੁਧ ਨਹੀਂ ਹੈ। ਕਹੈ ਆਪ ਪੁਨ ਭੂਲ ਸੋ ਜਾਵੇ। ਪਹਿਲਾਂ ਆਪ ਹੀ ਉਸ ਤਰ੍ਹਾਂ ਕਹਿ ਦਿੰਦੇ ਨੇ, ਫਿਰ ਕਿਹਾ ਹੋਇਆ ਭੁੱਲ ਜਾਂਦੇ ਹਨ। ਤਾਹੀ ਤੇ ਸ਼ੁਭ ਥਰੀ ਗਿਰਾਵੇ। ਤਾਹੀ ਤੇ ਚੰਗੀਆਂ ਥੜੀਆਂ ਬਣੀਆਂ ਵੀ ਮਹਾਰਾਜ ਨੇ ਢਵਾ ਦਿੱਤੀਆਂ। ਤਾਂ ਤੇ ਤਜੋ ਬਨਾਵਨ ਥਰੀ। ਇਸ ਕਰਕੇ ਇਉਂ ਕਰੀਏ, ਆਪਾਂ ਤਾਂ ਬਣਾਉਣੀਆਂ ਹੀ ਛੱਡ ਦਈਏ ਵੀ ਮਹਾਰਾਜ ਬਣਦੀਆਂ ਨਹੀਂ ਹਨ ਐਸੀਆਂ ਜਿਹੇ ਜੇ ਤੁਸੀਂ ਕਹਿੰਦੇ ਹੋ। ਅਸ ਬਿਦ ਦੇਹ ਉੱਤਰ ਤਿਸ ਘਰੀ। ਤੇ ਇਉਂ ਜਦੋਂ ਗੁਰੂ ਰਾਮਦਾਸ ਜੀ ਨੂੰ ਵੀ ਕੁਝ ਰੋਕਣ ਲੱਗੇ, ਗੁਰੂ ਰਾਮਦਾਸ ਮਹਾਰਾਜ ਨੇ ਉਸ ਸਮੇਂ ਇਹੋ ਜਿਹਾ ਉੱਤਰ ਦਿੱਤਾ ਹੈ, ਹੇ ਭਾਈ ਹਮ ਕਰਨੀ ਸੇਵਾ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਸੇਵਾ ਕਰਨੀ ਹੈ। ਵਰਤੈ ਜਸ ਮਰਜੀ ਗੁਰ ਦੇਵਾ। ਇਹ ਤਾਂ ਗੁਰੂ ਦੀ ਮਰਜ਼ੀ ਹੈ ਨਾ, ਜਿਵੇਂ ਉਹਨਾਂ ਨੇ ਵਰਤਣਾ ਗੁਰੂ ਸਾਹਿਬ ਉਵੇਂ ਉਹਨਾਂ ਦੀ ਮੌਜ ਹੈ, ਉਹ ਸਾਨੂੰ ਵਰਤੀ ਜਾਣ। ਸੇਵਾ ਹੀ ਕਰਨੀ ਹੈ, ਚਾਹੇ 10 ਦਿਨ ਥੜੀਆਂ ਤੇ ਲਾਈ ਰੱਖਣ ਤਾਂ ਕੀ ਹੈ, ਇਧਰੋਂ ਹਟਾਂਗੇ ਹੋਰ ਸੇਵਾ ਕਰਨੀ ਤਾਂ ਸੇਵਾ ਹੀ ਹੈ। ਅਸੀਂ ਤਾਂ ਸੇਵਾ ਸਮਝ ਕੇ ਮਹਾਰਾਜ ਕਹਿੰਦੇ ਢਾਹ ਦੇਈਦੀ ਹੈ, ਫਿਰ ਬਣਾਉਣ ਲੱਗ ਜਾਈਦਾ। ਫਿਰ ਕਹਿੰਦੇ ਭਾਈ ਢਾਹ ਦੇ, ਫਿਰ ਬਣਾਉਣ ਲੱਗ ਤਾਂ ਕੀ ਹੈ। ਮੰਨ ਲਓ ਜੇ ਥੜੀ ਸਹੀ ਬਣ ਮਹਾਰਾਜ ਨੇ ਕਹਿਤਾ ਫਿਰ ਹੋਰ ਸੇਵਾ 'ਚ ਲੱਗ ਜਾਾਂਗੇ। ਕਰਨੀ ਤਾਂ ਸੇਵਾ ਹੀ ਹੈ ਨਾ, ਇਹ ਤਾਂ ਅਸੀਂ ਸੇਵਾ ਸਮਝ ਕੇ ਕਰ ਰਹੇ ਹਾਂ। ਬਾਕੀ ਗੁਰੂ ਦੀ ਮਰਜ਼ੀ ਹੈ ਕਿਵੇਂ ਵਰਤਣਾ ਹੈ। ਤਾਂ ਤੇ ਜਸ ਬਿਦ ਗੁਰੂ ਰਜਾਏ। ਇਸ ਕਰਕੇ ਜਿਸ ਤਰ੍ਹਾਂ ਗੁਰੂ ਦੀ ਰਜਾ ਹੈ, ਕਰੈ ਤਥਾ ਹਮ ਚਿਤ ਕਰ ਚਾਏ। ਅਸੀਂ ਤਾਂ ਭਾਈ ਉਸੇ ਤਰ੍ਹਾਂ ਚਿੱਤ ਵਿੱਚ ਚਾਅ ਨਾਲ ਉਹ ਕਾਰਜ ਕਰ ਰਹੇ ਹਾਂ। 21 ਬੇਰ ਥਰੀ ਸੋ ਬਨਾਈ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ 21 ਵਾਰੀ ਉਹ ਥੜੀ ਬਣਾਈ ਜਿਹੜੀ ਹੈ ਗੁਰੂ ਰਾਮਦਾਸ ਜੀ ਨੇ। ਸ੍ਰੀ ਸਤਿਗੁਰ ਜੀ ਦੀਨ ਗਿਰਾਈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਕੇ ਢਵਾਤੀਆਂ ਢਵਾ ਦਿਆ ਕਰਨ। ਜਬ ਨਿਸ਼ਚਾ ਥਿਰ ਦੇਖ ਵਿਸਾਲਾ। ਤੇ ਫਿਰ ਮਹਾਰਾਜ ਉਸੇ ਤਰ੍ਹਾਂ ਸੁਖ ਖੁਸ਼ੀ ਆਨੰਦ ਮਹਾਰਾਜ ਜੀ ਫਿਰ ਹੁਕਮ ਦੱਸੋ ਕੀ ਹੈ। ਬਣਾਉਣੀ ਹੈ ਮਹਾਰਾਜ ਕਹਿੰਦੇ ਆ ਬਣਾ, ਫਿਰ ਲੱਗ ਜਾ ਕਰਨ। ਇਉਂ ਜਦੋਂ ਗੁਰਮੁਖੋ ਨਿਸ਼ਚਾ ਯਕੀਨ ਸਥਿਰ ਦੇਖਿਆ ਮਹਾਨ ਨਿਸ਼ਚਾ, ਤਬ ਸ੍ਰੀ ਅਮਰ ਭਏ ਕਿਰਪਾਲਾ। ਤਦ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਹੋਏ। ਸਿੱਖਨ ਕੇ ਮਨ ਸੰਕ ਮਿਟਾਈ। ਤੇ ਸਿੱਖਾਂ ਦੇ ਮਨ ਦੀ ਸਾਰੀ ਸ਼ੰਕਾ ਖਤਮ ਕਰ ਦਿੱਤੀ। ਗੁਰਤਾ ਯੋਗ ਲਖਿਓ ਇਸ ਤਾਈ। ਇਹ ਤਾਂ ਸੰਸਾਰ ਨੂੰ ਗੁਰਮੁਖੋ ਦਿਖਾਉਣਾ ਹੈ ਕਿ ਗੁਰੂ ਦੇ ਹੁਕਮ ਵਿੱਚ ਰਿਹਾ। ਇਹ ਜਿਹੜੀਆਂ ਪਦਵੀ ਵੱਡੇ ਮਰਾਤਬੇ ਮਿਲਦੇ ਆ, ਇਹ ਤਾਂ ਧੁਰੋਂ ਬਖਸ਼ਿਸ਼ਾਂ ਹਨ। ਧੁਰੋਂ ਬਖਸ਼ਿਸ਼ਾਂ ਨਾਲ ਹੀ ਸਾਰੀ, ਕਈ ਵਾਰ ਆਪ ਜੀ ਨਾਲ ਗੱਲ ਸਾਂਝੀ ਕੀਤੀ ਹੈ ਵੀ ਕੱਲਾ ਇਸੇ ਕਰਕੇ ਤਾਂ ਨਹੀਂ ਗੁਰਗੱਦੀ ਮਿਲ ਗਈ, ਥੜੇ ਬਣਾਤੇ ਸੀ। ਇਹ ਹੈ ਤਾਂ ਧੁਰੋਂ ਬਖਸ਼ਿਸ਼, ਪਰ ਸੰਸਾਰ ਵਿੱਚ ਮਹਾਰਾਜ ਨੇ ਇਹ ਗੱਲ ਦੱਸੀ ਗੁਰਮੁਖੋ ਜੇ ਕੁਝ ਪ੍ਰਾਪਤ ਕਰਨਾ ਹੈ ਨਾ ਤਾਂ ਗੁਰੂ ਦੀ ਰਜਾ ਵਿੱਚ ਰਹਿਣਾ ਸਿੱਖ ਲਓ। ਗੁਰਤਾ ਯੋਗ ਲਖਿਓ ਇਸ ਤਾਈ। ਗੁਰੂ ਰਾਮਦਾਸ ਜੀ ਨੂੰ ਫਿਰ ਗੁਰਤਾ ਗੱਦੀ ਦੇ ਯੋਗ ਜਾਣ ਲਿਆ। ਇਹੋ ਤੋ ਰੀਤ ਪੁਰਾਤਨ ਆਈ। ਇਹ ਤਾਂ ਭਾਈ ਪੁਰਾਤਨ ਸਮੇਂ ਤੋਂ ਹੀ ਰੀਤੀ ਮਰਜ਼ਾਦਾ ਆਈ ਹੈ। ਸੇਵਾ ਬਸੀ ਅਹੈ ਗੁਰ ਰਾਈ। ਕਿ ਗੁਰੂ ਰਾਜਾ ਗੁਰੂ ਪਰਮੇਸ਼ਰ ਪ੍ਰਕਾਸ਼ ਰੂਪ ਸਤਿਗੁਰੂ ਸੇਵਾ ਦੇ ਬਸ ਵਿੱਚ ਆ ਜਾਂਦੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਤ੍ਰਿਤੀਆ ਮਹੱਲੇ ਤੀਜੇ ਮਹੱਲੇ ਦੇ ਅਕਬਰ ਸ਼ਾਹੀ ਔਰ ਲੰਗਾਹੇ ਚੂਹੇ ਮੱਲ ਪ੍ਰਸੰਗ ਵਰਣਨ। ਉਹ ਜਿਹੜਾ ਨਾਂ ਸੀ ਉਹਦਾ ਚੂਹੜ ਮੱਲ ਜਾਂ ਇਸ ਤਰ੍ਹਾਂ ਦਾ ਨਾਂ ਸੀ ਜਿਹਨੂੰ ਲੰਗੜਾ ਸਿੱਖ। ਇਹ ਗੁਰਮੁਖੋ ਜਿਹੜਾ ਹੈ ਪ੍ਰਸੰਗ ਇੱਥੇ ਤੱਕ ਇਹ ਵਰਣਨ ਕੀਤਾ ਹੈ। ਨਾਮ ਅਸ਼ਟ ਦਸਮੋ ਮੰਦਰ ਹੈ।
8 ਤੇ 10 18ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 19ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹਨ। ਇੱਕ ਦਿਨ ਸ੍ਰੀ ਸਤਿਗੁਰੂ ਜੀ ਗਏ ਸੋ ਦੇਗ ਸਥਾਨ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਲੰਗਰ ਵਾਲੇ ਸਥਾਨ ਤੇ ਗਏ ਹਨ। ਸਿੱਖ ਕ੍ਰਿਖ ਕਾਰ ਹਿੰਦਾਲ ਥੋ ਸੇਵਾ ਕਰਤ ਮਹਾਨ। ਇੱਕ ਸਿੱਖ ਕ੍ਰਿਖ ਕਾਰ ਦਾ ਭਾਵ ਹੈ ਕਰਸਾਨੀ ਕਰਨ ਵਾਲਾ। ਭਾਈ ਹਿੰਦਾਲ ਨਾਮ ਦਾ ਜੋ ਸਿੱਖ ਹੈ ਉਹ ਬਹੁਤ ਸੇਵਾ ਕਰਦਾ ਹੈ। ਚੌਪਈ ਤਾਹੇ ਸਮੇਂ ਤਹਿ ਚੂਨ ਪਿਘਾਵੇ। ਉਸ ਸਮੇਂ ਆਟਾ ਗੁੰਨ ਰਿਹਾ ਸੀ। ਚੂਨ ਨਾਮ ਆਟੇ ਦਾ ਤੇ ਆਟੇ ਦੇ ਵਿੱਚ ਉਹਦੇ ਹੱਥ ਜਿਹੜੇ ਆਟਾ ਲੱਗਿਆ ਹੋਇਆ ਸੀ ਆਟਾ ਗੁੰਨਦੇ ਦੇ। ਉਹਨਾਂ ਸਮਿਆਂ 'ਚ ਗੁਰਮੁਖੋ ਕੱਚੇ ਥਾਂ ਹੁੰਦੇ ਸਨ ਤੇ ਉਹ ਆਟਾ ਗੁੰਨ ਰਿਹਾ। ਆਟੇ ਪਾਣੀ ਪਾਉਣਾ ਹੁਣ ਹੱਥਾਂ ਨੂੰ ਵੀ ਲੱਗਿਆ, ਭਿੱਜੇ ਹੋਏ ਹਨ। ਦੇਖਤ ਸਨਮੁਖ ਗੁਰ ਚੱਲ ਆਵੇ। ਉਹ ਦੇਖਦਾ ਵੀ ਗੁਰੂ ਸਾਹਿਬ ਸਾਹਮਣੇ ਤੁਰੇ ਆ ਰਹੇ ਹਨ। ਕਰਿਓ ਵਿਚਾਰ ਤਬੈ ਮਨ ਮਾਹੀ। ਹੁਣ ਗੁਰੂ ਸਾਹਿਬ ਉਦੋਂ ਨੂੰ ਨੇੜੇ ਆ ਗਏ ਇੱਕਦਮ। ਇਹ ਤਾਂ ਹੁਣ ਸਕਿੰਟ ਤੋਂ ਵੀ ਘੱਟ ਸਮਾਂ, ਮਨ ਦਾ ਇੱਕਦਮ ਫੁਰਨਾ ਕਰ। ਮਨ ਦੇ ਵਿੱਚ ਇੱਕਦਮ ਵਿਚਾਰ ਕੀਤਾ, ਜੇ ਕਰ ਗੁਰ ਪਦ ਬੰਦ ਕਰਾਹੀ। ਵੀ ਜੇ ਹੁਣ ਆਟਾ ਗੁੰਨਦੇ ਗੁਰੂ ਸਾਹਿਬ ਆ ਗਏ, ਨਮਸਕਾਰ ਕਰਨੀ, ਮੱਥਾ ਟੇਕਣਾ ਵੀ ਗੁਰੂ ਨੂੰ ਜ਼ਰੂਰੀ ਹੈ। ਜੇ ਕਰ ਗੁਰੂ ਸਾਹਿਬ ਦੇ ਚਰਨ ਪਗ ਨਾਮ ਚਰਨਾਂ ਦਾ, ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕਰੂੰਗਾ। ਤੋ ਚੂਨੋ ਕਰ ਸੰਗ ਲਗਾਇਓ। ਤਾਂ ਜਿਹੜਾ ਹੱਥ ਨੇ ਇਹਨਾਂ ਨੂੰ ਹੱਥਾਂ ਨੂੰ ਆਟਾ ਲੱਗਿਆ ਹੋਇਆ ਹੈ। ਮਾਟੀ ਮਿਲੇ ਭਲੋ ਨਹਿ ਥਾਇਓ। ਤੇ ਹੁਣ ਥੱਲੇ ਲਾਵਾਂਗੇ ਮਿੱਟੀ ਨਾਲ ਲੱਗ ਜਾਣਗੇ, ਮਿੱਟੀ ਲੱਗ ਜੂਗੀ। ਇਹ ਵੀ ਗੱਲ ਠੀਕ ਨਹੀਂ। ਜੇ ਪਦ ਬੰਧਨ ਕਰੋ ਨ ਜਾਈ। ਤੇ ਜੇ ਹੁਣ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਨਾ ਕੀਤੀ, ਤੋ ਅਪਰਾਧੀ ਹੋਵਹੁ ਗੁਸਾਈ। ਤਾਂ ਫਿਰ ਮੈਂ ਮਾਲਕ ਦੇ ਦਰ ਦਾ ਅਪਰਾਧੀ ਹੋਵਾਂਗਾ, ਨਮਸਕਾਰ ਨਹੀਂ ਕੀਤੀ ਹੈ। ਅਸ ਵਿਚਾਰ ਕਰ ਦੋਨੋਂ ਤਬੈ। ਐਸੀ ਵਿਚਾਰ ਮਨ ਵਿੱਚ ਵਿਚਾਰ ਕਰਕੇ ਕਰ ਦੋਨੋਂ, ਜਿਹੜੇ ਦੋਨੇ ਹੱਥ ਨੇ ਉਸ ਸਮੇਂ ਧਰੇ ਪੀਠ ਪਰ ਬੰਦੈ ਜਬੈ। ਉਹ ਇਉਂ ਹੱਥ ਪਿਛਲੇ ਪਾਸੇ ਪਿੱਠ ਦੇ ਉੱਤੇ ਜੋੜ ਕੇ ਧਰ ਕੇ ਮਹਾਰਾਜ ਨੂੰ ਬੰਦਨਾ ਕੀਤੀ, ਨਮਸਕਾਰ ਕਰਤੀ। ਹੱਥ ਨਹੀਂ ਥੱਲੇ ਲੱਗਣ ਦਿੱਤੇ, ਹੱਥ ਪਿੱਠ ਦੇ ਪਿੱਛੇ ਕਰ ਲਏ ਤੇ ਗੁਰੂ ਸਾਹਿਬ ਨੂੰ ਨਿਮ ਕੇ ਨਮਸਕਾਰ ਕਰ ਦਿੱਤੀ। ਦੇਖ ਨਵੀਨ ਚਾਲ ਗੁਰ ਪੂਰੇ। ਇਹ ਨਵੀਂ ਹੀ ਰੀਤੀ ਦੇਖ ਕੇ ਪੂਰੇ ਗੁਰੂ ਅਮਰਦਾਸ ਜੀ ਭੇ ਪ੍ਰਸੰਨ ਬਚ ਭਾਖੇ ਰੂਰੇ। ਮਹਾਰਾਜ ਪ੍ਰਸੰਨ ਹੋਏ ਤੇ ਬਹੁਤ ਸੁੰਦਰ ਫਿਰ ਬਚਨ ਕਹੇ। ਤੇਰੀ ਘਾਲ ਪਰੀ ਅਬ ਥਾਹੇ। ਕਿ ਹੇ ਭਾਈ ਹਿੰਦਾਲ, ਤੇਰੀ ਜਿਹੜੀ ਘਾਲ ਕਮਾਈ ਆ ਉਹ ਥਾਂ ਪੈ ਗਈ। ਜਾਹੋ ਅਬੈ ਨਿਜ ਧਾਮ ਸਿਧਾਹੇ। ਹੁਣ ਤੂੰ ਭਾਈ ਆਪਣੇ ਧਾਮ ਆਪਣੇ ਘਰ ਨੂੰ ਚਲਿਆ ਜਾ। ਗੁਰੂ ਨਾਨਕ ਸਿੱਖੀ ਪ੍ਰਗਟਾਵੋ। ਤੇ ਉੱਥੇ ਮਹਾਰਾਜ ਨੇ ਮੰਜੀ ਬਖਸ਼ਤੀ ਕਿ ਜਾ ਕੇ ਭਾਈ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਜਪੋ ਨਾਮ ਪੁਨ ਅਵਰ ਜਪਾਵੋ। ਆਪ ਵੀ ਨਾਮ ਜਪਣਾ ਤੇ ਫਿਰ ਹੋਰਾਂ ਨੂੰ ਵੀ ਜਪਾਉਣਾ ਹੈ। ਵਿਦਾ ਹੋਏ ਸਤਿਗੁਰ ਤੇ ਗਏਓ। ਫਿਰ ਇਹ ਭਾਈ ਹਿੰਦਾਲ ਗੁਰੂ ਸਾਹਿਬ ਤੋਂ ਵਿਦਾ ਹੋ ਕੇ ਚਲਿਆ ਗਿਆ। ਗੁਰ ਜੰਡਿਆਲੇ ਅਸਥਿਤ ਭਇਓ। ਫਿਰ ਇਹ ਗੁਰ ਜੰਡਿਆਲੇ, ਜੰਡਿਆਲਾ ਗੁਰੂ, ਉੱਥੇ ਜਾ ਕੇ ਜੰਡਿਆਲੇ ਦਾ ਰਹਿਣ ਵਾਲਾ ਸੀ, ਜਾ ਕੇ ਭਾਈ ਸਥਿਤ ਹੋ ਗਿਆ, ਟਿਕ ਗਿਆ। ਹਰੀ ਪ੍ਰੇਮ ਤਬ ਪ੍ਰਸ਼ਨ ਉਚਾਰਾ।
ਜਦੋਂ ਇਹ ਇਤਿਹਾਸ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ ਲਿਖਵਾ ਰਹੇ ਨੇ ਤੇ ਉਧਰੋਂ ਬੇਦੀ ਵੰਸ਼ ਦੇ ਬਾਬਾ ਪ੍ਰੇਮ ਸਿੰਘ ਉਹ ਸੁਣਦੇ ਆ ਸੰਗਤਾਂ, ਤਾਂ ਉਸ ਸਮੇਂ ਹਰੀ ਪ੍ਰੇਮ ਤਬ ਪ੍ਰਸ਼ਨ ਉਚਾਰਾ। ਬਾਬਾ ਪ੍ਰੇਮ ਸਿੰਘ ਜੀ ਨੇ ਫਿਰ ਇੱਥੇ ਇੱਕ ਨਾਲ ਪ੍ਰਸ਼ਨ ਕੀਤਾ ਵੀ ਹੇ ਸੰਤ ਰੇਣ ਪ੍ਰੇਮ ਸਿੰਘ, 1-10 ਮੰਜੀ ਕਹੇ ਉਹ ਪ੍ਰਕਾਰਾ। ਵੀ 22 ਮੰਜੀਆਂ ਦਾ ਜ਼ਿਕਰ ਹੈ, ਤੁਸੀਂ 11 ਮੰਜੀਆਂ ਦਾ 1-10, 1 ਤੇ 10 11 ਮੰਜੀਆਂ ਤਾਂ ਦੱਸ ਦਿੱਤੀਆਂ ਸੀ ਪਹਿਲਾਂ ਆਪ ਜੀ ਨੇ ਇਤਿਹਾਸ ਸੁਣਿਆ ਵੀ ਕਿਹਨੂੰ ਕਿਹਨੂੰ ਮੰਜੀ ਬਖਸ਼ੀ ਹੈ, ਤੇ ਉਹ ਕਹਿੰਦੇ ਵੀ 11 ਦਾ ਤਾਂ ਤੁਸੀਂ ਜ਼ਿਕਰ ਕੀਤਾ ਹੈ, 1-10 ਕਾ ਅਬ ਜੋੜ ਦਿਖਾਈਏ। ਹੁਣ ਕਿਰਪਾ ਕਰਕੇ ਜਿਹੜੀਆਂ ਹੋਰ 11 ਨੇ ਉਹਨਾਂ ਦਾ ਜੋੜ ਦਿਖਾ ਦਿਓ, 11 ਹੋਰ ਕਿਹੜੀਆਂ ਮੰਜੀਆਂ ਹਨ। ਸੁਨ ਕਬ ਕਹਿਤ ਅਬੈ ਸੁਨ ਲਈਏ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਹਾਂ ਬਾਬਾ ਪ੍ਰੇਮ ਸਿੰਘ ਉਹ ਵੀ ਹੁਣ ਸੁਣ ਲਵੋ। ਪ੍ਰਥਮੋ ਭਾਈ ਮਾਈ ਦਾਸ, ਪਹਿਲਾਂ ਤਾਂ ਭਾਈ ਮਾਈ ਦਾਸ ਨੂੰ ਗੱਦੀ ਹੈ ਜਿਹੜੀ ਇਹ ਮੰਜੀ ਬਖਸ਼ੀ। ਜੋਧ ਪਿੰਡ ਮਹਿ ਜਾਹੇ ਆਵਾਸ, ਜਿਹਦੇ ਫਿਰ ਜੋਧ ਪਿੰਡ ਦੇ ਵਿੱਚ ਜਾਂ ਉਹਦਾ ਬਾਸਾ ਹੈ, ਉੱਥੇ ਘਰ ਸੀ। ਦੁਤੀਏ ਮਾਨਕ ਜੀਵੜ ਜਾਨੋ, ਦੂਜੀ ਫਿਰ ਮਾਨਕ ਚੰਦ ਨੂੰ ਬਖਸ਼ੀ ਸੀ, ਜਿਹਨੂੰ ਮਰਜੀਵੜਾ ਕਿਹਾ ਹੈ, ਜਿਹੜਾ ਬੌਲੀ ਸਾਹਿਬ ਦਾ ਕੜ ਤੋੜਿਆ ਸੀ ਤੇ ਡੁੱਬ ਗਿਆ ਸੀ। ਲੋਕਾਂ ਕਿਹਾ ਡੁੱਬ ਗਿਆ, ਮਾਂ ਰੋਣ ਲੱਗੀ, ਮਹਾਰਾਜ ਮੇਰਾ ਪੁੱਤਰ ਮਾਨਕ ਚੰਦ ਡੁੱਬ ਗਿਆ। ਮਹਾਰਾਜ ਕਹਿੰਦੇ ਮਾਨਕ ਨਹੀਂ ਡੁੱਬਦੇ ਹੁੰਦੇ, ਤੇ ਉਹ ਇਸੇ ਤਰ੍ਹਾਂ ਬਾਹਰ ਕੱਢਿਆ, ਸਤਿਨਾਮ ਵਾਹਿਗੁਰੂ ਕਹਿੰਦਾ ਬਾਹਰ ਨਿਕਲਿਆ ਸੀ। ਇਹ ਗੁਰੂ ਸਾਹਿਬ ਨੇ ਜਿਹੜਾ ਹੈ ਦੁਤੀਏ ਮਾਨਕ ਜੀਵੜ ਜਾਨੋ, ਦੂਜੀ ਭਾਈ ਇਸ ਮਾਨਕ ਚੰਦ ਜੀਵੜੇ ਨੂੰ ਜਾਣ ਲਓ। ਬੈਰੋਵਾਲ ਜਾਹੇ ਅਸਥਾਨੋ, ਜਿਹਦਾ ਨਾਂ ਬੈਰੋਵਾਲ ਨਗਰ ਹੈ, ਉੱਥੇ ਜਿਸ ਦਾ ਸਥਾਨ ਹੈ। ਲੋਹਾਰ ਸਧਾਰਨਪੁਰੀ ਮਹੰਤਾ, ਫਿਰ ਜਿਹੜਾ ਹੈ ਤੀਜੀ ਹੈ ਜਿਹੜਾ ਜਿਹਨੂੰ ਸੰਤ ਕਿਹਾ ਸੀ ਮਹਾਰਾਜ ਨੇ, ਲੋਹਾਰ ਸੀ, ਬਹੁਤ ਸੇਵਾ ਕੀਤੀ ਇਹਨੇ, ਲੋਹੇ ਦੀ ਲੱਕੜ ਦੀ। ਬੌਲੀ ਸਾਹਿਬ ਮਹਾਰਾਜ ਨੇ ਕਹੇ ਤੇ ਸਾਡਾ ਸੰਤ ਸੁਧਾਰਨ ਹੈ, ਸੰਗਤਾਂ ਨੇ ਫਿਰ ਉਹਨਾਂ ਨੂੰ ਸੰਤ ਜੀ ਕਹਿਣਾ। ਤੇ ਇਹ ਜੋ ਹੈ ਪੁਰੀ ਮਹੰਤਾ, ਉਹਨਾਂ ਨੂੰ ਦੇਖੋ ਮੰਜੀ ਬਖਸ਼ੀ ਨਗਰ ਦੇ ਮਹੰਤ ਬਣੇ। ਮਥੋ ਮੁਰਾਰੀ ਚਤਰਤ ਜਨਤਾ, ਫਿਰ ਮਥੋ ਮੁਰਾਰੀ ਇਹ ਜਾਣੋ ਭਾਈ ਜਿਹੜੀ ਚੌਥੀ ਮੰਜੀ ਫਿਰ ਜਿਹੜੀ ਹੈ, ਪਹਿਲਿਆਂ ਭਾਵ 11 ਤਾਂ ਵੱਖਰੀਆਂ, ਇਹ ਬਾਅਦ ਦੀਆਂ 11 ਮੰਜੀਆਂ ਭਾਵ ਇਹ ਫਿਰ 22 ਹੋ ਜਾਣੀਆਂ ਨਾ, ਉਸ ਹਿਸਾਬ ਨਾਲ ਇਹ 15ਵੀਂ ਹੈ। ਇੱਥੇ ਚਤਰਤ ਭਾਵ ਹੁਣ ਪਿਛਲੀਆਂ 11 ਦਾ ਦੱਸ ਰਹੇ ਆ ਵੀ ਮਥੋ ਮੁਰਾਰੀ ਨੂੰ ਬਖਸ਼ੀ। ਮਰਵਾਹੇ ਪੁਰ ਸ਼ੇਖੂ ਜਾਨ, ਫਿਰ ਭਾਈ ਨਗਰ ਹੈ ਸ਼ੇਖੂ, ਉਥੋਂ ਦਾ ਮਰਵਾਹੇ, ਉਸ ਨੂੰ ਜਾਣ ਲੋ। ਮਰਵਾਹੇਪੁਰ ਸ਼ੇਖੂ ਜਾਨ, ਸ਼ੇਖੂਪੁਰ ਦੇ ਵਿੱਚ ਬਖਸ਼ੀ ਹੈ। ਖੇਮ ਕਰਨ ਪਿੰਡ ਖੇਡਾ ਮਾਨ, ਫਿਰ ਇੱਕ ਜਿਹੜੀ ਹੈ 6ਵੀਂ ਉਹ ਭਾਈ ਖੇਡਾ ਜੀ ਨੂੰ ਬਖਸ਼ੀ, ਖੇਮ ਕਰਨ ਦੀ ਮੰਜੀ। ਸੱਚਨ ਸੱਚ ਮੰਦਰ ਪਿੰਡ ਵਾਰੂ, ਫਿਰ ਹੈ ਦੇਖੋ 7ਵੀਂ ਭਾਈ ਸੱਚਨ ਸੱਚ ਮੰਦਰ ਪਿੰਡ ਦੇ ਵਾਲਾ, ਉੱਥੇ ਉਹਨਾਂ ਨੂੰ ਬਖਸ਼ਿਸ਼ ਕੀਤੀ। ਫਿਰੀਆ ਬਹਿਜ ਗਜੋਨ ਵਿਚਾਰੂ, ਤੇ ਭਾਈ ਇੱਕ ਫਿਰੀਆ ਸੀ ਬਹਿਜ, ਭਾਈ ਫਿਰੀਆ ਜੀ ਨੂੰ ਗਜੋਨ ਗਜਨੀ ਇਤਿਆਦਿ ਕੇ ਵਿਚਾਰ ਲੋ, ਉੱਥੋਂ ਦੀ ਬਖਸ਼ੀ। ਬਸੀ ਕਟਾਰੂ ਦੋਨ ਪੁਰਵਾਰੂ, ਫਿਰ ਗੁਰਮੁਖੋ ਭਾਈ ਕਟਾਰੂ ਜੀ ਦੋਨਪੁਰ ਉਹ ਬਸੇ ਉੱਥੇ, ਉਹਨਾਂ ਨੂੰ ਮੰਜੀ ਬਖਸ਼ੀ। ਬੇਨੀ ਪੰਡਤ ਲੇਹੁ ਵਿਚਾਰੂ, ਫਿਰ ਭਾਈ ਬੇਣੀ ਪੰਡਤ ਜੀ ਇਹ ਜਾਣ ਲੋ, ਉਹਨਾਂ ਨੂੰ ਵੀ ਮੰਜੀ ਬਖਸ਼ੀ। ਚੂਹਾ ਲੰਗਾਹਾ ਹਿੰਦਾਰ, ਤੇ ਫਿਰ ਜਿਹੜਾ ਲੰਗੜਾ ਸਿੱਖ ਸੀ ਤਲਵੰਡੀ ਦਾ, ਚੋਹਾ ਲੰਗਾਰਾ, ਚੋਹਾ ਲੰਗਾਰਾ ਦਾ ਲੰਗਾਹਾ, ਲੰਗਾਹਾ ਭਾਵ ਲੰਗੜਾ, ਚੋਹਾ 9 ਸੀ।
ਤੇ ਭਾਈ ਹਿੰਦਾਲ ਇਹ ਜਿਹਨੇ ਇਉਂ ਪਿੱਛੇ ਹੱਥ ਕਰਕੇ ਮੱਥਾ ਟੇਕਿਆ। ਇੱਕ ਦਸ ਲੈ ਹੋ ਵਿਚਾਰ। ਕਹਿੰਦੇ 11 ਪਹਿਲਾਂ ਦਸੀਆਂ 11 ਭਾਈ ਇਹ ਵਿਚਾਰ ਲਓ। 22 ਮੰਜੀਆਂ ਮਹਾਰਾਜ ਨੇ ਬਖਸ਼ੀਆਂ ਹਨ ਦੋਹਰਾ। ਸ੍ਰੀ ਭਾਨੀ ਜੀ ਗੁਰ ਸੁਤਾ ਜਿਸ ਕੇ ਭਾਗ ਵਿਸ਼ਾਲ। ਸਤਿਕਾਰਯੋਗ ਬੀਬੀ ਭਾਨੀ ਜੀ ਗੁਰੂ ਸਾਹਿਬ ਦੀ ਪੁੱਤਰੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਮਾਤਾ। ਜਿਸ ਕੇ ਭਾਗ ਵਿਸ਼ਾਲ, ਜਿਹਦੇ ਬਹੁਤ ਵੱਡੇ ਭਾਗ ਨੇ। ਗੁਰ ਪਿਤ ਜਥਾ ਪ੍ਰਸੀਜ ਹੈ ਕਰੈ ਤਥਾ ਸ਼ੁਭਕਾਰ। ਉਹ ਹੁਣ ਬੀਬੀ ਭਾਨੀ ਜੀ ਇਸ ਤਰ੍ਹਾਂ ਕਾਰਜ ਕਰਦੇ, ਸੇਵਾ ਕਰਦੇ ਆ ਜਿਸ ਤਰ੍ਹਾਂ ਕਿ ਗੁਰੂ ਪਿਤਾ ਜੀ ਪ੍ਰਸੰਨ ਹੋਣ, ਗੁਰੂ ਸਾਹਿਬ ਦੀ ਪ੍ਰਸੰਨਤਾ ਮਿਲੇ, ਉਸ ਭਾਵਨਾ ਨਾਲ ਸੇਵਾ ਕਰਦੇ ਹਨ। ਚੌਪਈ ਪਹਿਰ ਰਾਤ ਤੇ ਕਰਹਿ ਇਸ਼ਨਾਨ। ਇਉਂ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਦੇ। ਤਬ ਪਹੁੰਚੈ ਦਰਸ਼ਨ ਹਿਤ ਠਾਨ। ਫਿਰ ਭਾਈ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚਦੇ ਹਨ। ਇੱਕ ਦਿਨ ਜਾਗੇ ਪ੍ਰਭੂ ਕਿਰਪਾਲ। ਇੱਕ ਦਿਨ ਪਰਮੇਸ਼ਰ ਕਿਰਪਾਲੂ ਗੁਰੂ ਅਮਰਦਾਸ ਜੀ ਜਦੋਂ ਜਾਗੇ, ਕਰੀ ਸੋਚ ਮੱਜੇ ਤਿਸ ਕਾਲ। ਸੋਚ ਕਿਰਿਆ ਕਰਕੇ ਫਿਰ ਇਸ਼ਨਾਨ ਕੀਤਾ ਉਸ ਸਮੇਂ। ਹਿਤ ਦਰਸ਼ਨ ਕੇ ਤਨਜਾ ਭਾਨੀ। ਤਾਂ ਦਰਸ਼ਨਾਂ ਦੇ ਵਾਸਤੇ ਤਨਜਾ ਪੁੱਤਰੀ ਬੀਬੀ ਭਾਨੀ ਪਹੁੰਚੀ ਨਿਕਟ ਭਗਤ ਜਹ ਭਾਨੀ। ਉਹ ਜਿਹੜੀ ਭਗਤੀ ਵਿੱਚ ਭਿੱਜੀ ਹੋਈ ਹੈ ਮਹਾਰਾਜ ਦੇ ਕੋਲ ਪਹੁੰਚੀ। ਤਬ ਚੌਂਕੀ ਪਰ ਸਤ ਗੁਰ ਚਰੇ। ਤਾਂ ਗੁਰੂ ਸਾਹਿਬ ਜੀ ਉਸ ਸਮੇਂ ਚੌਂਕੀ ਤੇ ਬੈਠਣ ਵਾਸਤੇ ਜਦੋਂ ਚੌਂਕੀ ਤੇ ਚੜੇ ਹਨ, ਧਿਆਨ ਧਰਨ ਹਿਤ ਬੈਠ ਬਕਰੇ। ਤੇ ਮਹਾਰਾਜ ਨੇ ਆਪਣੇ ਨਿਜਾ ਸਰੂਪ ਨਿਰਾਕਾਰ ਸਰੂਪ ਦਾ ਧਿਆਨ ਕਰਨ ਦੇ ਵਾਸਤੇ ਜਦੋਂ ਸਤਿਗੁਰੂ ਨੇ ਬੈਠਣਾ ਕੀਤਾ, ਦੌਨ ਬਿਲੋਚਨ ਮੁੰਦਰਤ ਕਰਕੇ। ਦੋਵੇਂ ਨੇਤਰ ਸਤਿਗੁਰੂ ਨੇ ਮੂੰਦ ਲਏ ਹਨ, ਬੰਦ ਕੀਤੇ। ਅੰਤਰਮੁਖੀ ਬ੍ਰਿਤ ਕੋ ਧਰ ਕੇ। ਤੇ ਬਿਰਤੀ ਜਿਹੜੀ ਅੰਤਰਮੁਖੀ ਕੀਤੀ ਹੈ। ਹੁਤੋ ਹੀਨ ਚੌਂਕੀ ਇੱਕ ਪਾਵਾ। ਤਾਂ ਉਸ ਸਮੇਂ ਜਿਹੜੀ ਚੌਂਕੀ ਸੀ ਉਹਦਾ ਕਿਤੇ ਇੱਕ ਪਾਵਾ ਜਿਹੜਾ ਹੀਣਾ ਸੀ, ਮਾੜਾ ਸੀ, ਟੁੱਟਣ ਵਾਲਾ ਹੈ। ਪੇਖ ਭਾਨੀ ਮਨ ਇਮ ਠਹਿਰਾਵਾ। ਬੀਬੀ ਭਾਨੀ ਨੇ ਦੇਖ ਕੇ ਮਨ ਵਿੱਚ ਇਉਂ ਜਾਣਿਆ, ਜਬ ਪਿਤ ਹੱਲੈ ਇਤ ਉਤ ਹੋਏ। ਕਿ ਜਦੋਂ ਪਿਤਾ ਸਤਿਗੁਰੂ ਜੀ ਹਿੱਲਣਗੇ, ਇੱਧਰ ਉੱਧਰ ਥੋੜਾ ਹੋਏ। ਚੌਂਕੀ ਡੋਲ ਜਾਏ ਤਿਤ ਜੋਏ। ਇਹ ਪਾਵਾ ਟੁੱਟ ਜਾਣਾ ਤੇ ਚੌਂਕੀ ਡੋਲ ਜਾਣੀ ਆ। ਉਸ ਸਮੇਂ ਛੁੱਟ ਹੈ ਸਮਾਧ ਅਗਾਧ ਅਗਾਧੂ। ਇਹ ਜਿਹੜੀ ਅਗਾਧ ਸਮਾਧੀ ਲੱਗੀ ਹੈ ਸਤਿਗੁਰੂ ਦੀ, ਇਹ ਛੁੱਟ ਜਾਵੇਗੀ। ਜਿਸ ਹਿਤ ਜੋਗੀ ਜਤਨ ਸੋ ਸਾਧੂ। ਜਿਸ ਅਗਾਧ ਸਮਾਧੀ ਵਾਸਤੇ ਵੱਡੇ ਵੱਡੇ ਜੋਗੀ ਜਿਹੜੇ ਆ ਸਾਧੂ ਲੋਕ ਯਤਨ ਕਰਦੇ ਹਨ। ਪਰ ਹੈ ਵਖੇਪ ਧਿਆਨ ਕੇ ਮਾਹੀ। ਤੇ ਇਹ ਵੀ ਫਿਰ ਇੱਕ ਧਿਆਨ ਦੇ ਵਿੱਚ ਵਖੇਪ, ਇੱਕ ਤਰ੍ਹਾਂ ਦਾ ਦੁੱਖ ਹੈ। ਇਹ ਪੈ ਜਾਵੇਗਾ ਧਿਆਨ ਵਿੱਚ, ਜਿਹੜਾ ਹੈ ਵਖੇਪ ਦੁੱਖ ਦੋਸ਼ ਹੋ ਜਾਵੇਗਾ। ਬਿਰਤ ਅਡੋਲ ਟਿਕੈ ਤਬ ਨਾਹੀ। ਕਿਉਂ ਕਿੰਨੇ ਜੋਗੀ ਕੀ ਸੰਤ ਕੀ ਗੁਰੂ ਦਾ ਧਿਆਨ ਧਰੀ ਬੈਠੇ ਐ। ਗੁਰੂ ਸਾਹਿਬ ਦੇ ਜੇ ਸਮਾਧੀ ਉਥਾਨ ਹੋਏ, ਸਭ ਦੀਆਂ ਸਮਾਧੀਆਂ ਉਖੜ ਜਾਣਗੀਆਂ। ਜੇ ਗੁਰਮੁਖੋ ਕੋਈ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਤਾਂ ਪਰਮੇਸ਼ਰ ਵੀ ਆਪਣੇ ਪਿਆਰਿਆਂ ਨਾਲ ਜੁੜਦਾ ਹੈ। ਇਹ ਫਿਰ ਬਿਰਤੀ ਜਿਹੜੀ ਹੈ ਅਡੋਲ, ਬਿਰਤ ਅਡੋਲ ਟਿਕੈ ਤਬ ਅਡੋਲ ਬਿਰਤੀ ਫਿਰ ਟਿਕੇਗੀ ਨਹੀਂ। ਅਪਰ ਵਸਤ ਤਹਿ ਪਾਏ ਨਾ ਕੋਈ। ਇੱਕਦਮ ਹੁਣ ਮਨ 'ਚ ਫੁਰਨਾ ਹੋਇਆ, ਹੋਰ ਕੋਈ ਉੱਥੇ ਵਸਤੂ ਐਸੀ ਨਹੀਂ ਮਿਲੀ
ਪਾਵੈ ਤਰੇ ਧਰੇ ਹਿਤ ਜੋਈ। ਜੋ ਪਾਵੇ ਦੇ ਥੱਲੇ ਕੋਈ ਇਸ ਤਰ੍ਹਾਂ ਧਰ ਦੇਣ, ਚਾਹੋ ਦਿਸ ਦ੍ਰਿਗਨ ਉਠਾਏ ਨਿਹਾਰਾ। ਚਾਰੇ ਪਾਸੇ ਬੀਬੀ ਭਾਨੀ ਜੀ ਨੇ ਨਿਗਾਹ ਮਾਰ ਕੇ ਵੇਖਿਆ, ਨਹਿ ਸਮੀਪ ਜੋ ਦੇਹ ਆਧਾਰਾ। ਕੋਈ ਐਸੀ ਵਸਤੂ ਚੀਜ਼ ਹੈ ਨਹੀਂ ਸੀ ਜੋ ਆਸਰਾ ਦੇ ਦੇਵੇ। ਉਤਲਾਵਤ ਤੇ ਦੀਨ ਸਹਾਥ। ਤਾਂ ਫਿਰ ਕਾਹਲੀ ਦੇ ਨਾਲ ਆਪਣਾ ਹੱਥ ਹੀ ਚੌਂਕੀ ਦੇ ਪਾਵੇ ਥੱਲੇ ਰੱਖ ਦਿੱਤਾ। ਨਹਿ ਡੋਲੇ ਚੌਂਕੀ ਤੇ ਸਾਥ। ਇਹ ਚੌਂਕੀ ਜਿਹੜੀ ਹੈ ਇਹ ਡੋਲ ਨਾ ਜਾਵੇ। ਚੌਹ ਪਾਵੇ ਪਰ ਇੱਕ ਸਮ ਭਾਰੂ। ਜਦੋਂ ਉਹ ਹੱਥ ਦੇ ਤਾਂ ਚਾਰੇ ਪਾਵਿਆਂ ਦੇ ਉੱਤੇ ਇੱਕ ਬਰਾਬਰ ਭਾਰ ਹੋ ਗਿਆ। ਹੋਤ ਭਇਓ ਸਭ ਲੀਨ ਸਹਾਰੂ। ਇਉਂ ਭਾਰ ਬਰਾਬਰ ਹੋਇਆ, ਇੱਕ ਪਾਵੇ ਦਾ ਭਾਰ ਹੱਥ ਤੇ ਸਹਾਰਿਆ ਹੈ। ਤਨ ਇਸਤਰੀ ਕਰ ਕੋਮਲ ਕਰ ਹੈ। ਹੁਣ ਸੰਤ ਰੇਣ ਜੀ ਕਹਿੰਦੇ ਵੀ ਇਸਤਰੀ ਦਾ ਤਨ ਹੈ, ਇਸ ਕਰਕੇ ਘਰ ਦੇ ਕਾਰਜ ਕਰਦੇ ਸਨ। ਜਿਹੜੇ ਹੱਥ ਨੇ ਉਹ ਕੋਮਲ ਹਨ ਬੀਬੀ ਭਾਨੀ ਦੇ। ਭਇਓ ਭਾਰ ਤੇ ਪੀੜਤ ਤਰ ਹੈ। ਭਾਰ ਪੈ ਗਿਆ ਤੇ ਬਹੁਤ ਪੀੜਾ ਦੁੱਖ ਹੋ ਰਿਹਾ ਹੈ। ਤਉ ਨ ਕਰਿਓ ਡੁਲਾਵਨ ਕਰ ਕੋ। ਫੇਰ ਵੀ ਬੀਬੀ ਭਾਨੀ ਜੀ ਨੇ ਆਪਣਾ ਹੱਥ ਨਹੀਂ ਕੱਢਿਆ ਥੱਲਿਓਂ ਪਾਵੇ ਦੇ, ਡੁਲਾਇਆ ਨਹੀਂ। ਬੈਠੀ ਰਹੀ ਧੀਰੇ ਔਰ ਧਰ ਕੋ। ਉਵੇਂ ਧੀਰਜ ਧਾਰ ਕੇ ਬੀਬੀ ਭਾਨੀ ਪਾਵੇ ਥੱਲੇ ਹੱਥ ਰੱਖ ਕੇ ਬੈਠੀ ਰਹੀ। ਪਾਵਾ ਰਹਿਓ ਹਥੇਲੀ ਗੱਡ ਕੈ। ਜਿਹੜਾ ਪਾਵਾ ਸੀ ਨਾ, ਉਹ ਪਾਵੇ ਦੇ ਥੱਲੇ ਹੇਠਾਂ ਹਥੇਲੀ ਉਸੇ ਤਰ੍ਹਾਂ ਗੱਡੀ ਹੋਈ ਹੈ। ਪਾਵਾ ਸਗੋਂ ਹਥੇਲੀ ਦੇ ਵਿੱਚ ਹੱਥ ਦੇ ਵਿੱਚ ਖੁੱਭਦਾ ਜਾਂਦਾ ਹੈ। ਨਹੀਂ ਨਿਕਾਸਤ ਤੇ ਥਲ ਛੱਡ ਕੇ। ਉਹ ਜਗ੍ਹਾ ਨੂੰ ਛੱਡ ਕੇ ਹੁਣ ਬੀਬੀ ਭਾਨੀ ਆਪਣਾ ਹੱਥ ਨਹੀਂ ਉੱਥੋਂ ਕੱਢ ਰਹੇ। ਜੋ ਵੱਡ ਹਠੀਆਂ ਦੁਸ਼ਕਰ ਹੋਈ। ਇਹ ਗੁਰਮੁਖੋ ਐਸਾ ਹੈ ਕਿ ਜਿਹੜਾ ਵੱਡੇ ਵੱਡੇ ਹਠੀ ਪੁਰਸ਼ਾਂ ਲਈ ਵੀ ਇਹ ਕਾਰਜ ਕਠਿਨ ਹੁੰਦਾ ਹੈ। ਭਗਤ ਪਿਤਾ ਹਿਤ ਕੀਨਸ ਸੋਈ। ਤਾਂ ਭਗਤੀ ਦੇ ਵਿੱਚ ਰੱਤੇ ਹੋਏ ਪਿਤਾ ਸਤਿਗੁਰੂ ਦੇ ਵਾਸਤੇ ਇਹ ਭਾਈ ਕਰ ਰਹੀ ਹੈ ਬੀਬੀ ਭਾਨੀ। ਪ੍ਰਾਤ ਹੋਤ ਲਗ ਨਾਹਿਨ ਹਾਲੀ। ਸਵੇਰ ਸੂਰਜ ਚੜ੍ਹਨ ਤੱਕ ਉਸੇ ਤਰ੍ਹਾਂ ਬੀਬੀ ਭਾਨੀ ਬੈਠੇ ਰਹੇ, ਹਿੱਲੇ ਨਹੀਂ। ਮਨੋ ਮੂਰਤੀ ਚਿੱਤ ਨਿਕਾਲੀ। ਮਾਨੋ ਇਉਂ ਜਾਣੋ ਭਾਈ, ਚਿੱਤ ਨੇ ਇੱਕ ਮੂਰਤੀ ਹੋਈ ਨਿਕਾਲਤੀ। ਭਾਵ ਐਸਾ ਚਿੱਤ ਅਡੋਲ ਹੈ, ਕੋਈ ਮੂਰਤੀ ਜਿਵੇਂ ਇੱਕ ਜਗ੍ਹਾ ਟਿਕ ਜਾਂਦੀ ਹੈ। ਭੁਜਾ ਸੂਨ ਕੰਧੇ ਲਗ ਭਈ। ਤੇ ਜਿਹੜੀ ਭੁਜਾ ਬਾਂਹ ਸੀ ਨਾ, ਕੰਧੇ ਤੱਕ ਮੋਢੇ ਤੱਕ ਸੁੰਨ ਹੋ ਗਈ। ਉਤਰਿਓ ਰੁਦਰ ਲਾਲ ਹੋਏ ਗਈ। ਖੂਨ ਉਤਰਿਆ ਆ, ਬਾਂਹ ਸਾਰੀ ਲਾਲ ਹੋ ਗਈ। ਧਿਆਨ ਹਟਾਵਨ ਸਮੋ ਭਇਓ ਜਬ। ਜਦੋਂ ਇਧਰੋਂ ਮਹਾਰਾਜ ਨੇ ਧਿਆਨ ਹਟਾਉਣ ਦਾ ਸਮਾਂ ਆਇਆ, ਭਾਵ ਸਮਾਧੀ ਉਥਾਨ ਹੋਣ ਦਾ, ਕਮਲ ਬਿਲੋਚਨ ਵਿਕਸਤ ਭੇ ਤਬ। ਤਾਂ ਕਮਲ ਰੂਪੀ ਨੇਤਰ ਫਿਰ ਸਤਿਗੁਰਾਂ ਨੇ ਖੋਲੇ ਹਨ। ਬੈਠੀ ਸੁਤਾ ਸਮੀਪ ਨਿਹਾਰੀ। ਪੁੱਤਰੀ ਨੂੰ ਕੋਲ ਬੈਠਿਆਂ ਸਤਿਗੁਰਾਂ ਵੇਖਿਆ, ਬਹੁਰੋ ਦ੍ਰਿਸ਼ਟ ਭੁਜਾ ਪਰ ਪਾਰੀ। ਫਿਰ ਦੂਜਾ ਦ੍ਰਿਸ਼ਟੀ ਜਿਹੜੀ ਹੈ ਬੀਬੀ ਭਾਨੀ ਜੀ ਦੀ ਬਾਂਹ ਤੇ ਪਾਈ। ਥੂਲ ਨਸਾਂ ਸ਼ਰੋਣਤ ਭਰ ਰਹਿਓ। ਤੇ ਜਿਹੜੀ ਹੈ ਧਰਤੀ, ਥੂਲ ਧਰਤੀ ਤੱਕ ਬਾਂਹ ਦੀਆਂ ਨਸਾਂ ਜਿਹੜੀਆਂ ਉਸ ਨੂੰ ਖੂਨ ਭਰਿਆ ਪਿਆ ਹੈ। ਸ੍ਰੀ ਸਤਿਗੁਰ ਤਬ ਬੂਝਨ ਕਹਿਓ। ਗੁਰੂ ਪਾਤਸ਼ਾਹ ਮਹਾਰਾਜ ਪੁੱਛਣ ਵਾਸਤੇ ਕਹਿੰਦੇ, ਇਹੋ ਕਿਆ ਕੀਨ ਰਹੀ ਕਿਮ ਬੈਸੀ। ਹੈ ਪੁੱਤਰੀ ਕੀ ਕਰ ਰਹੀ ਹੈ, ਕਿਵੇਂ ਬੈਠੀ ਹੈ ਤੂੰ। ਭੁਜ ਪਰ ਪੀੜ ਸਹੀ ਤੁਮ ਐਸੀ। ਆ ਬਾਂਹ ਦੇ ਉੱਤੇ ਏਡੀ ਆ ਜਿਹੜੀ ਪੀੜ ਦਰਦ ਕਿਉਂ ਸਿਹਾ ਹੈ। ਅਸ ਕਹਿ ਸਤਿਗੁਰ ਤਰੇ ਉਤਰ ਕੇ। ਇਉਂ ਕਹਿ ਕਿ ਗੁਰੂ ਸਾਹਿਬ ਜੀ
ਉਸ ਚੌਂਕੀ ਤੋਂ ਹੇਠਾਂ ਉਤਰੇ ਹਨ। ਹਾਥ ਨਿਕਾਸਿਓ ਪ੍ਰੇਮ ਨਿਹਾਰ ਕੈ। ਪ੍ਰੇਮ ਵੇਖ ਕੇ ਉਹ ਹੱਥ ਜਿਹੜਾ ਬੀਬੀ ਭਾਨੀ ਦਾ ਪਾਵੇ ਥੱਲਿਓਂ ਕੱਢਿਆ। ਗਰਤ ਹਥੇਲੀ ਵਿਖੈ ਨਿਹਾਰਾ। ਹੱਥ ਦੀ ਤਲੀ ਵਿੱਚ ਖੁੱਭਿਆ ਹੋਇਆ ਪਾਵਾ ਟੋਇਆ ਪਿਆ ਹੈ, ਉਹ ਵੇਖਿਆ। ਕਹਿਓ ਖੇਦ ਬੀਬੀ ਕਿਮ ਧਾਰਾ। ਪੁੱਛਿਆ ਪੁੱਤਰੀ ਏਡਾ ਦੁੱਖ ਤੂੰ ਕਿਉਂ ਧਾਰਿਆ। ਸੁਣ ਬੋਲੀ ਬੜ ਭਾਗਨ ਭਾਨੀ। ਉਹ ਵੱਡੇ ਭਾਗਾਂ ਵਾਲੀ ਬੀਬੀ ਭਾਨੀ ਸੁਣ ਕੇ ਕਹਿਣ ਲੱਗੀ, ਪਿਤ ਜੀ ਪਾਵੈ ਹੀਨ ਪਛਾਨੀ। ਹੇ ਪਿਤਾ ਸਤਿਗੁਰੂ, ਇਹ ਪਾਵਾ ਮੈਂ ਕਮਜ਼ੋਰ ਜਾਣਿਆ। ਨਿਕਟ ਬਿਲੋਕਨ ਕਛੂ ਨਾ ਕੀਨ। ਪਰ ਨੇੜੇ ਮੈਨੂੰ ਕੁਝ ਐਸਾ ਦਿਸਿਆ ਨਹੀਂ। ਜਾਂ ਤੇ ਹਾਥ ਤਰੇ ਮੈਂ ਦੀਨ। ਤੋ ਕਾਹਲੀ ਸੀ, ਇਸ ਕਰਕੇ ਮੈਂ ਫਿਰ ਪਾਵੇ ਥੱਲੇ ਆਪਣਾ ਹੱਥ ਹੀ ਦੇ ਦਿੱਤਾ। ਡੋਲੇ ਤੇ ਸਮਾਧ ਛੁੱਟ ਜਾਏ। ਜੇ ਪਾਵਾ ਟੁੱਟ ਜਾਂਦਾ ਮਹਾਰਾਜ, ਜਾਂ ਇਧਰੋਂ ਚੌਂਕੀ ਨਿਮ ਜਾਂਦੀ, ਫਿਰ ਤੁਹਾਡੀ ਸਮਾਧੀ ਸਤਿਗੁਰੂ ਜੀ ਛੁੱਟ ਜਾਣੀ ਸੀ। ਰਾਖੀ ਜਾਂ ਤੇ ਸਥਤ ਟਿਕਾਏ। ਇਸ ਕਰਕੇ ਮੈਂ ਹੱਥ ਹੀ ਇੱਥੇ ਫਿਰਿਓਂ ਟਿਕਾ ਕੇ ਰੱਖਿਆ। ਪਿਤ ਜੀ ਹਮਰੀ ਮਤ ਅਣਜਾਨੀ। ਹੇ ਪਿਤਾ ਸਤਿਗੁਰੂ, ਮੇਰੀ ਮਤ ਜਿਹੜੀ ਅਣਜਾਣ ਹੈ। ਹੋਏ ਨਾ ਸਕੈ ਸੇਵ ਗੁਣ ਖਾਨੀ। ਹੇ ਗੁਣਾਂ ਦੀ ਖਾਨ ਸਤਿਗੁਰੂ, ਸਾਤੋਂ ਤੁਹਾਡੀ ਸੇਵਾ ਨਹੀਂ ਹੋ ਸਕਦੀ। ਨਿਸਬਾਸਰ ਮਹਿ ਰਹਿਤ ਬਸੂਰਤ। ਅਸੀਂ ਤਾਂ ਦਿਨ ਰਾਤ ਮਹਾਰਾਜ ਜੀ ਝੂਰਦੇ ਹੀ ਰਹਿੰਦੇ ਹਾਂ। ਆਹੋ ਆਪ ਪਰਮੇਸ਼ਰ ਮੂਰਤ। ਤੇ ਤੁਸੀਂ ਆਪ ਪਰਮੇਸ਼ਰ ਦਾ ਹੀ ਸਰੂਪ ਮੂਰਤੀ ਹੋ। ਸਫਲ ਨੇਤਰ ਜੇ ਦਰਸ਼ਨ ਕਰੇ। ਤੁਹਾਡੇ ਦਰਸ਼ਨ ਜੋ ਕਰਦਾ ਉਹਦੇ ਨੇਤਰ ਸਫਲ ਹੋ ਜਾਂਦੇ ਐ। ਹਾਥ ਸਫਲ ਤਬ ਸੇਵਾ ਕਰੇ। ਤੇ ਜੋ ਸੇਵਾ ਕਰਦਾ ਤੁਹਾਡੀ, ਉਹਦੇ ਹੱਥ ਸਫਲੇ ਹੁੰਦੇ ਹਨ। ਹਿਰਦਾ ਸਫਲ ਜਿਸ ਮਹਿ ਤੁਮ ਬਾਸੋ। ਉਹ ਹਿਰਦਾ ਵੀ ਅੰਤਸ਼ਕਰਨ ਸਫਲ ਹੋ ਜਾਂਦਾ ਜਿਹਦੇ ਵਿੱਚ ਤੁਸੀਂ ਬਸ ਜਾਂਦੇ ਹੋ। ਚਰਨ ਸਫਲ ਦਰਸ਼ਨ ਹਿਤ ਜਾਸੋ। ਤੇ ਉਹ ਚਰਨ ਵੀ ਸਫਲੇ, ਪੈਰ ਵੀ ਸਫਲੇ, ਜਿਹੜੇ ਦਰਸ਼ਨਾਂ ਵਾਸਤੇ ਤੁਹਾਡੇ ਵੱਲ ਆਉਂਦੇ ਹਨ। ਸਕਲ ਸਰੀਰ ਸਫਲ ਵਡ ਭਾਗੇ। ਉਹ ਸਾਰਾ ਸਰੀਰ ਵੀ ਸਫਲਾ ਹੈ ਤੇ ਵੱਡੇ ਭਾਗ ਹਨ ਉਸਦੇ, ਜੋ ਰਾਵਰ ਕੀ ਸੇਵਾ ਲਾਗੇ। ਜੋ ਮਹਾਰਾਜ ਤੁਹਾਡੀ ਸੇਵਾ ਕਰਨ ਵਿੱਚ ਲੱਗ ਜਾਂਦੇ ਨੇ। ਸੁਨ ਤਨ ਜਾ ਕੇ ਬਚਨ ਸੁਹਾਏ। ਇਹ ਪੁੱਤਰੀ ਦੇ ਜਿਹੜੇ ਬੋਲ ਬਚਨ ਸੋਭਨੀਕ ਸੁਣ ਕੇ, ਪਿਖ ਦੁਸ ਕਰਮ ਕੀਨ ਜਿਸ ਭਾਏ। ਵੇਖਿਆ ਵੀ ਇਹ ਦੁਸ ਕਰਮ ਬੜਾ ਕਠਿਨ ਕਰਮ ਜਿਸ ਤਰ੍ਹਾਂ ਭਾਵਨਾ ਨਾ ਕੀਤਾ, ਵੇਖ ਕੇ ਹੋਏ ਪ੍ਰਸੰਨ ਬਰ ਦੀਏ ਸੁਜਾਨਾ। ਇਉਂ ਮਹਾਨ ਸੁਜਾਨ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਬਰ ਦਿੱਤੇ। ਸੰਤਤ ਤੇਰੀ ਵਧੈ ਮਹਾਨਾ। ਐ ਪੁੱਤਰੀ, ਤੇਰੀ ਸੰਤਾਨ ਬਹੁਤ ਵਧੇਗੀ। ਸਗਲ ਜਗਤ ਕੀ ਹੋਵੇ ਪੂਜ। ਤੇ ਸਾਰੇ ਜਗਤ ਦੀ ਪੂਜਣ ਯੋਗ ਹੋਵੇਗੀ। ਸਾਰਾ ਜਗਤ ਪੂਜੇਗਾ ਤੇਰੀ ਸੰਤਾਨ ਨੂੰ। ਜੈਸੋ ਵਧੈ ਚੰਦਰਮਾ ਦੂਜ। ਜਿਵੇਂ ਦੂਜ ਦਾ ਚੰਦਰਮਾ ਵੱਧਦਾ ਹੈ, ਰੋਜ਼ ਵੱਧਦਾ ਹੀ ਜਾਂਦਾ ਹੈ ਨਾ ਪੁੰਨਿਆਂ ਤੱਕ, ਇਉਂ ਤੇਰੀ ਸੰਤਾਨ ਵੱਧਦੀ ਹੋਈ ਜਾਵੇਗੀ। ਵੱਡ ਐਸਵਰਜ ਵਧੈ ਤੈਨੇ ਆਗੇ। ਤੇ ਵੱਡਾ ਐਸਵਰਜ ਸਾਜੋ ਸਮਾਨ ਹੋਰ ਧਨ ਪਦਾਰਥ ਤੇਰੀ ਔਲਾਦ ਦੇ ਅੱਗੇ ਆਵੇਗਾ। ਜੋ ਤੈਨ ਸੇਵੈ ਸੇਵਡ ਭਾਗੇ। ਜੋ ਤੇਰੀ ਸੰਤਾਨ ਦੀ ਸੇਵਾ ਕਰਨਗੇ ਉਹ ਬਹੁਤ ਵੱਡੇ ਭਾਗਾਂ ਵਾਲੇ ਹੋਣਗੇ। ਆਗੇ ਬੰਸ ਬਿਖੈ ਨਿਪਜੈ ਹੈ। ਅੱਗੇ ਫਿਰ ਤੇਰੀ ਬੰਸ ਦੇ ਵਿੱਚ ਇੱਕ ਪੈਦਾ ਹੋਵੇਗਾ। ਮਹਾਬਲੀ ਸੇ ਜਗ ਮਹਿ ਹੋਇ ਹੈ। ਜਿਹੜਾ ਜਗਤ ਵਿੱਚ ਬਹੁਤ ਵੱਡਾ ਮਹਾਬਲੀ ਹੋਵੇਗਾ। ਸ਼ਾਸਤਰ ਗਹਿ ਦੁਸ਼ਟਨ ਕੋ ਘਾਵੇ।
ਤੇ ਉਹ ਸ਼ਾਸਤਰ ਫੜ ਕੇ ਦੁਸ਼ਟਾਂ ਨੂੰ ਖਤਮ ਕਰੂਗਾ। ਪਰਮ ਧਰਮ ਕੋ ਜਗ ਵਿਦਤਾਵੈ, ਤੇ ਪਰਮ ਧਰਮ ਮਹਾਨ ਧਰਮ ਨੂੰ ਜਗਤ ਵਿੱਚ ਪ੍ਰਗਟ ਕਰੇਗਾ। ਸੋੜ ਬੰਸ ਕੋ ਬਹੁ ਵਡਿਆਈ, ਤੇ ਸੋੜ ਬੰਸ ਨੂੰ ਬਹੁਤ ਵਡਿਆਈਆਂ ਦੇਵੇਗਾ। ਤੈ ਕਰ ਭਗਤ ਭਲੇ ਅਬ ਪਾਈ, ਇਹ ਤੈਂ ਭਗਤੀ ਕਰਕੇ ਹੇ ਪੁੱਤਰੀ ਭਲੀ ਪ੍ਰਕਾਰ ਸਭ ਕੁਝ ਪਾ ਲਿਆ ਹੈ। ਆਤ ਪ੍ਰਸੰਨ ਸ੍ਰੀ ਅਮਰ ਕਿਰਪਾਲਾ, ਇਉਂ ਬਹੁਤ ਪ੍ਰਸੰਨ ਹੋਏ ਸ੍ਰੀ ਗੁਰੂ ਅਮਰਦਾਸ ਕਿਰਪਾਲੂ ਸਤਿਗੁਰੂ। ਇਤਿਆਦਿਕ ਬਾਰ ਦੀਏ ਵਿਸਾਲਾ, ਇਹੋ ਜੇ ਹੋਰ ਬੇਅੰਤ ਬਰ ਮਹਾਨ ਬਰ ਸਤਿਗੁਰਾਂ ਦਿੱਤੇ। ਸੁਨ ਕਰ ਜੋਰਤ ਔਰ ਸਨਮਾਨੀ, ਇਹ ਸੁਣ ਕੇ ਹੱਥ ਜੋੜ ਕੇ ਹਿਰਦੇ ਅੰਦਰ ਸਨਮਾਨ ਕਰਦਿਆਂ ਵੱਡ ਭਾਗਨ ਨੇ ਬੰਧਨ ਠਾਨੀ। ਵੱਡੇ ਭਾਗਾਂ ਵਾਲੀ ਬੀਬੀ ਭਾਨੀ ਨੇ ਸਤਿਗੁਰਾਂ ਨੂੰ ਬੰਦਨਾ ਕੀਤੀ। ਆਇਸ ਲੈ ਗ੍ਰਹਿ ਵਿਖੇ ਸਿਧਾਈ, ਤੇ ਆਗਿਆ ਲੈ ਕੇ ਆਪਣੇ ਘਰ ਅੰਦਰ ਚਲੀ ਗਈ। ਸਰਬੋਤਮ ਪਦ ਕੋ ਨਿਪਜਾਈ, ਤੇ ਮਹਾਨ ਪਦ ਨੂੰ ਪਦਵੀ ਨੂੰ ਜਿਸ ਨੇ ਪੈਦਾ ਕੀਤਾ। ਸਦਾ ਭਗਤ ਕੇ ਬਸ ਗੁਰ ਸੁਆਮੀ, ਗੁਰੂ ਮਾਲਕ ਭਾਈ ਸਦਾ ਭਗਤੀ ਕਰਨ ਵਾਲੇ ਆਪਣੇ ਭਗਤਾਂ ਦੇ ਵਸ ਵਿੱਚ ਹੈ। ਦੇਤ ਆਦੇਸੋ ਅੰਤਰ ਜਾਮੀ, ਇਉਂ ਸਭ ਕੁਝ ਅੰਤਰਜਾਮੀ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਿਹਾ। ਬੇਅੰਤ ਪਦਾਰਥ ਮਹਾਰਾਜ ਦਿੰਦਾ ਹੈ। ਦੋਹਰਾ ਬਰਸ ਦੁਆਦਸ ਕੇ ਭਏ, ਸ੍ਰੀ ਅਰਜਨ ਸੁਖਦਾਏ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਇੱਧਰ ਸੁਖਦਾਇਕ ਸਤਿਗੁਰੂ 12 ਸਾਲ ਦੇ ਉਸ ਸਮੇਂ ਹੋ ਗਏ। ਵਰਸ ਦੁਆਦਸ 2 ਤੇ 10 12 ਸਾਲ। ਪਹਿਲੇ ਸਮਿਆਂ ਵਿੱਚ ਛੋਟੀ ਉਮਰ ਵਿੱਚ ਵਿਵਾਹ ਕਰ ਦਿੰਦੇ ਹੁੰਦੇ ਸੀ। ਫਿਰ ਕਈ ਸਾਲਾਂ ਬਾਅਦ ਫਿਰ ਗੁਰਮੁਖੋ ਡੋਲਾ ਲੈ ਕੇ ਆਉਣਾ, ਇਹੋ ਜਿਹੇ ਰੀਤੀ ਰਿਵਾਜ ਸਨ। ਤੋਂ 12 ਸਾਲ ਦੀ ਉਸ ਸਮੇਂ ਉਮਰ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਕਿਸ਼ਨ ਚੰਦ ਪਿੰਡ ਮਊ ਤੇ ਆਵਤ ਭਈ ਸਗਾਏ। ਮੌ ਸਾਹਿਬ ਪਿੰਡ ਹੈ ਫਲੌਰ ਦੇ ਕੋਲੇ। ਉਥੋਂ ਦੇ ਭਾਈ ਕਿਸ਼ਨ ਚੰਦ ਖੱਤਰੀ ਸਨ ਪਿੰਡ ਮੌ ਦੇ। ਉਹ ਆਏ ਤੇ ਉੱਥੇ ਸਗਾਈ ਹੋਈ। ਚੌਪਈ ਤਬ ਸ੍ਰੀ ਰਾਮਦਾਸ ਤਿਸ ਬੇਰਾ, ਤਦ ਭਾਈ ਉਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਨੇ ਛੰਦ ਬਨਾਇਓ ਸੂਹੀ ਭਲੇਰਾ, ਜੋ ਸੂਹੀ ਰਾਗ ਦੇ ਵਿੱਚ ਦੇਖੋ ਭਲਾ ਛੰਦ ਬਣਾਇਆ। ਕੁੜਮਨ ਤੇ ਕੁੜਮਾਈ ਆਈ, ਜੋ ਕੁੜਮਾਂ ਵੱਲੋਂ ਕੁੜਮਾਈ ਆਈ ਹੈ। ਸੰਤ ਜਨਾਂ ਮਿਲ ਭਈ ਵਧਾਈ, ਸੰਤ ਜਨ ਮਿਲ ਕਰਕੇ ਵਧਾਈਆਂ ਹੋਈਆਂ ਹਨ। ਅਮਰਦਾਸ ਸੁਨਿਆ ਆਨੰਦ ਥਾਏ, ਗੁਰੂ ਅਮਰਦਾਸ ਪਾਤਸ਼ਾਹ ਜੀ ਸੁਣ ਕੇ ਬਹੁਤ ਆਨੰਦ ਵਿੱਚ ਹੋਏ। ਤਿਆਰੀ ਵਿਆਹ ਤੁਰਤ ਕਰਵਾਏ, ਤੇ ਵਿਆਹ ਦੀ ਤਿਆਰੀ ਤੁਰੰਤ ਮਹਾਰਾਜ ਨੇ ਕਰਵਾ ਦਿੱਤੀ। 23 ਹਾੜ ਪੁੰਨਿਆਂ ਦਿਨ ਥਾਪੇ, 23 ਹਾੜ ਸੀ ਤੇ ਪੁੰਨਿਆਂ ਦਾ ਦਿਨ ਸੀ ਉਸ ਸਮੇਂ। ਮੰਗਲ ਭਏ ਸੁਜਾਏ ਨ ਮਾਪੇ, ਇਉਂ ਇੰਨੀਆਂ ਖੁਸ਼ੀਆਂ ਮੰਗਲ ਹੋਏ ਜਿਹਨੂੰ ਮਾਪਿਆਂ ਮਿਣਿਆ ਨਹੀਂ ਜਾ ਸਕਦਾ। ਇੱਕ ਦਿਨ ਘਰ ਬਹੁਦਾਰ ਆਈ, ਇੱਕ ਦਿਨ ਭਾਈ ਘਰ ਵਿੱਚ ਬਹੁਤ ਇਸਤਰੀਆਂ ਆਈਆਂ ਨੇ। ਗਾਵੇ ਗੀਤ ਬਹੁਤ ਹੁਲਸਾਈ, ਉਹ ਬਹੁਤ ਖੁਸ਼ੀ ਵਿੱਚ ਗੀਤ ਗਾਉਂਦੀਆਂ। ਰਾਮਦਾਸ ਕਿਤ ਕਾਜ ਸੋ ਗਏ, ਗੁਰੂ ਰਾਮਦਾਸ ਮਹਾਰਾਜ ਕਿਸੇ ਕਾਰਜ ਗਏ ਹੋਏ ਸਨ। ਹਰ ਜਸ ਗਾਓ ਸੋ ਕਹਤੇ ਭਏ, ਇਉਂ ਹਰ ਜਸ ਗਾਉਂਦਿਆਂ ਕਹਿੰਦੇ ਹਨ। ਸੁਣ ਕਰ ਸ੍ਰੀ ਮੋਹਨ ਕੀ ਦਾਰਾ, ਤੋ ਇਹ ਸੁਣ ਕਰਕੇ ਸ੍ਰੀ ਮੋਹਨ ਉਹਨਾਂ ਦੀ ਇਸਤਰੀ ਕਹਿਓ ਕਿ ਘੋੜਨ ਸਮਾਂ ਵਿਚਾਰਾ, ਉਹ ਕਹਿੰਦੇ ਵੀ ਘੋੜੀਆਂ ਗਾਉਣ ਦਾ ਸਮਾਂ ਹੈ ਹੁਣ।
ਰਾਮਦਾਸ ਸੁਨ ਸ਼ਬਦ ਅਲਾਈ। ਗੁਰੂ ਰਾਮਦਾਸ ਜੀ ਨੇ ਸੁਣ ਕੇ ਫਿਰ ਸ਼ਬਦ ਕਿਹਾ, ਉਚਾਰਿਆ, ਗਾਓ ਘੋੜੀਆਂ ਅਸ ਬਿਧ ਆਈ। ਇਸ ਤਰ੍ਹਾਂ ਭਾਈ ਆ ਕੇ ਘੋੜੀਆਂ ਗਾਓ, ਘੋੜੀਆਂ ਦੇਹ ਤੇਜਨ ਜੀ, ਰਾਮ ਪਾਈਆ ਰਾਮ। ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਇਹ ਘੋੜੀਆਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜਿਵੇਂ ਲਾਣੀਆਂ ਘੋੜੀਆਂ, ਭਾਵ ਕਿ ਆ ਸਰੀਰ ਰੂਪੀ ਘੋੜੀ ਹੈ। ਦੇਹ ਤੇਜਨ, ਤੇਜਨ ਘੋੜੀ ਨੂੰ ਕਹਿੰਦਾ, ਸਰੀਰ ਘੋੜੀ ਜੀ, ਰਾਮ ਪਾਈਆ ਰਾਮ। ਇਹ ਪਰਮੇਸ਼ਰ ਨੇ ਭਾਈ ਪੈਦਾ ਕੀਤਾ, ਸਰੀਰ ਘੋੜੀ ਸਾਨੂੰ ਦਿੱਤੀ ਹੈ। ਧਨ ਮਾਨਸ ਜਨਮ ਪੁੰਨ ਪਾਈਐ। ਜਿਹਨੇ ਫਿਰ ਇਹ ਸਰੀਰ ਰੂਪੀ ਘੋੜੀ ਦੀ ਸਵਾਰੀ ਕਰਕੇ ਸ਼ੁਭ ਕਰਮ ਸੇਵਾ ਸਿਮਰਨ ਕਰ ਲਿਆ, ਉਹਦਾ ਮਨੁੱਖਾ ਜਨਮ ਮਹਾਰਾਜ ਕਹਿੰਦੇ ਧਨ ਹੈ, ਤੇ ਉਹ ਸਮਝੋ ਉਹਨੇ ਪੁੰਨ ਰੂਪੇ ਪਾ ਲਿਆ। ਇਹ ਸਾਰਾ ਬਹੁਤ ਲੰਮੇਰਾ ਸ਼ਬਦ ਹੈ। ਇੱਥੇ 2 ਪੰਗਤੀਆਂ ਸੰਤ ਰੇਣ ਜੀ ਨੇ ਇਹ ਲਿਖੀਆਂ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਇਹ ਤੋਂ ਅੱਗੇ ਆਪਾਂ ਕੱਲ ਵਿਚਾਰ ਕਰਾਂਗੇ, ਅਗਲੀ ਕਥਾ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।